ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹਲਾ ਪੰਜਵਾ। ਘਰ ਛੇਵਾ ਆਸ਼ਟਪਦੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਜੋ ਜੋ ਜੂਨੀ ਆਇਓ ਤੇਹ ਤੇਹ ਉਰਝਾਇਓ। ਮਾਨਸ ਜਨਮ ਸੰਜੋਗ ਪਾਇਆ। ਤਾਕੀ ਹੈ ਓਟ ਸਾਧ। ਰਾਖੋ ਦੇ ਕਰ ਹਾਥ। ਕਰ ਕਿਰਪਾ ਮੇਲੋ ਹਰ ਰਾਇਆ। ਜੋ ਜੋ ਜੂਨੀ ਆਇਓ ਤੇਹ ਤੇਹ ਉਰਝਾਇਓ। ਮਾਨਸ ਜਨਮ ਸੰਜੋਗ ਪਾਇਆ। ਤਾਕੀ ਹੈ ਓਟ ਸਾਧ। ਰਾਖੋ ਦੇ ਕਰ ਹਾਥ। ਕਰ ਕਿਰਪਾ ਮੇਲੋ ਹਰ ਰਾਇਆ। ਅਨੇਕ ਜਨਮ ਭ੍ਰਮ ਥਿਤ ਨਹੀਂ ਪਾਈ। ਕਰੋ ਸੇਵਾ ਗੁਰ ਲਾਗੋ ਚਰਨ। ਗੋਵਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ। ਅਨੇਕ ਜਨਮ ਭ੍ਰਮ ਥਿਤ ਨਹੀਂ ਪਾਈ। ਕਰੋ ਸੇਵਾ ਗੁਰ ਲਾਗੋ ਚਰਨ। ਗੋਵਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ। ਰਹਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਲੋਕ ਪਰਲੋਕ ਦੇ ਰਾਖੇ। ਚਵਰ ਛਤਰ ਤਖਤ ਦੇ ਮਾਲਕ, ਦੋ ਜਹਾਨ ਦੇ ਵਾਲੀ, ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਿੱਖ ਪੰਥ ਦੇ ਮਹਾਨ ਤੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੀ ਗੁਰੂ ਰੂਪ ਖਾਲਸਾ ਸਤ ਸੰਗਤ ਜੀ, ਇੱਕ ਵਾਰੀ ਫੇਰ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜਿੰਨੇ ਕੋ ਆਪਾਂ ਇਸ ਅਸਥਾਨ ਦੇ ਉੱਤੇ ਸਤਿਗੁਰਾਂ ਦੇ ਬੋਲ ਸੁਣਨ ਵਾਸਤੇ ਇਕੱਠੇ ਹੋਏ ਹਾਂ, ਜਾਂ ਆਪਣੇ ਆਪਣੇ ਘਰਾਂ ਦੇ ਵਿੱਚ ਟੀਵੀ ਮਾਧਿਅਮ ਦੇ ਰਾਹੀਂ ਸੁਣਨ ਵਾਸਤੇ ਇਕਾਗਰ ਹੋ ਕੇ ਬੈਠ ਗਏ ਹਾਂ, ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਗੁਰੂ ਦੀ ਬਾਣੀ ਸੁਣਨੀ, ਗੁਰੂ ਦੀ ਬਾਣੀ ਦੀ ਵਿਚਾਰ ਸੁਣਨੀ, ਗੁਰੂ ਦੀ ਬਾਣੀ ਦਾ ਕੀਰਤਨ ਸੁਣਨਾ, ਇਹ ਵਡਭਾਗੀਆਂ ਦੇ ਹਿੱਸੇ ਆਉਂਦਾ ਹੈ।
ਗੁਰਬਾਣੀ ਪੜ੍ਹਨੀ, ਗੁਰਬਾਣੀ ਸੁਣਨੀ, ਕੀਰਤਨ ਕਰਨਾ, ਕੀਰਤਨ ਸੁਣਨਾ, ਵਿਚਾਰ ਕਰਨੀ, ਵਿਚਾਰ ਸੁਣਨੀ, ਇਹ ਵੱਡੇ ਭਾਗਾਂ ਦੀ ਨਿਸ਼ਾਨੀ। ਅੱਜ ਅਸੀਂ ਆਪਣੇ ਰੁਝੇਵਿਆਂ ਭਰੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇੱਥੇ ਬੈਠੇ ਹਾਂ, ਸੁਣਨ ਵਾਸਤੇ ਬੈਠੇ ਹਾਂ। ਕੀ ਸੁਣਨ ਵਾਸਤੇ ਬੈਠੇ ਹਾਂ? ਕਿ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ ਸਤਿਗੁਰਾਂ ਨੇ ਹੁਕਮ ਸਾਡੀ ਝੋਲੀ ਪਾਇਆ ਹੈ, ਉਸ ਹੁਕਮ ਦੇ ਵਿੱਚ ਪਾਤਸ਼ਾਹ ਸਾਨੂੰ ਸਮਝਾ ਕੀ ਰਹੇ ਨੇ, ਕਹਿ ਕੀ ਰਹੇ ਨੇ, ਇਹ ਸੁਣਨ ਵਾਸਤੇ ਆਪਾਂ ਬੈਠੇ। ਅੱਜ ਜੋ ਮੁੱਖ ਵਾਕ ਪਾਤਸ਼ਾਹ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ ਆਇਆ, ਸਾਡੀ ਝੋਲੀ ਪਿਆ, ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੀ ਹੋਈ ਤੁੱਛ ਬੁੱਧੀ ਅਨੁਸਾਰ ਅਤੇ ਨਿਸ਼ਚਿਤ ਕੀਤੇ ਹੋਏ ਸਮੇਂ ਅਨੁਸਾਰ ਆਪਾਂ ਨੇ ਸੰਖੇਪ ਵਿਚਾਰ ਸਾਂਝੀ ਕਰਨੀ। ਇਹ ਸ਼ਬਦ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ ਧੰਨ ਧੰਨ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਹੋਇਆ। ਇਸ ਸ਼ਬਦ ਦੀ ਇੱਕ ਖਾਸੀਅਤ ਹੈ ਗੁਰੂ ਪਿਆਰਿਓ। ਉਹ ਖਾਸੀਅਤ ਇਹ ਹੈ ਕਿ ਇਸ ਪਾਵਨ ਸ਼ਬਦ ਦੇ ਅੰਦਰ 2 ਰਹਾਉ ਦੀਆਂ ਪੰਗਤੀਆਂ ਨੇ। 2 ਰਹਾਉ ਦੀਆਂ ਪੰਗਤੀਆਂ। ਇਹ ਸਮਝ ਲਓ ਵੀ ਇੱਕ ਦੇ ਵਿੱਚ ਸਵਾਲ ਹੈ, ਦੂਸਰੀ 'ਚ ਪ੍ਰਸ਼ਨ ਉੱਤਰ ਹੈ। ਹੁਣ ਪਹਿਲੀ ਜਿਹੜੀ ਰਹਾਉ ਦੀ ਪੰਗਤੀ ਹੈ, ਇਹਦੇ ਵਿੱਚ ਸਤਿਗੁਰੂ ਜੀ ਕੀ ਸਮਝਾਉਂਦੇ ਹੈ, ਆਪਾਂ ਗੁਰੂ ਪਿਆਰਿਓ ਇਹ ਧਿਆਨ ਦੇ ਨਾਲ ਸੁਣੀਏ। ਰਹਾਉ ਦੀ ਪੰਗਤੀ 'ਚ ਕਹਿੰਦੇ, ਅਨਕ ਜਨਮ ਭ੍ਰਮ ਥਿਤ ਨਹੀਂ ਪਾਈ। ਕੀ ਕਹਿੰਦੇ ਨੇ ਮਹਾਰਾਜ? ਅਨਕ ਜਨਮ ਭ੍ਰਮ ਥਿਤ ਨਹੀਂ ਪਾਈ। ਅਨੇਕ ਦਾ ਮਤਲਬ ਹੈ ਅਨੇਕਾਂ। ਅਨੇਕਾਂ ਹੀ ਜਨਮ ਹੋ ਗਏ, ਪਰ ਸਾਨੂੰ ਟਿਕਾਣਾ ਨਹੀਂ ਮਿਲਿਆ, ਸਾਨੂੰ ਟਿਕਾਓ ਨਹੀਂ ਮਿਲਿਆ। ਥਿਤ ਦਾ ਅਰਥ ਹੈ ਟਿਕਾਣਾ। ਜਿਹੜਾ ਹਮੇਸ਼ਾ ਰਹਿਣ ਵਾਲਾ ਹੋਵੇ ਉਹ ਨਹੀਂ ਪ੍ਰਾਪਤ ਹੋਇਆ। ਅਨੇਕ ਜਨਮ, ਅਨੇਕਾਂ ਜਨਮ ਹੋ ਗਏ, ਲੇਕਿਨ ਸਾਨੂੰ ਟਿਕਾਣਾ ਨਹੀਂ ਮਿਲਿਆ, ਸਾਨੂੰ ਪੜਾਓ ਨਹੀਂ ਮਿਲਿਆ। ਕਦੋਂ ਦੇ ਸ਼ੁਰੂ ਹੋਏ ਆ? ਬਸ ਚੱਲੀ ਜਾ ਰਹੇ ਆ, ਚੱਲੀ ਜਾ ਰਹੇ ਆ, ਚੱਲੀ ਜਾ ਰਹੇ ਆ। ਸਰੀਰ ਹੰਢਾਈ ਜਾ ਰਹੇ ਆ, ਹੰਢਾਈ ਜਾ ਰਹੇ ਆ, ਹੰਢਾਈ ਜਾ ਰਹੇ ਆ, ਪਰ ਟਿਕਾਣਾ ਨਹੀਂ ਮਿਲਿਆ। ਜਿਹੜੇ ਗੁਰੂ ਪਿਆਰਿਓ ਧਾਰਮਿਕ ਪੁਰਸ਼ ਹੈ, ਧਰਮੀ ਲੋਕ ਹੈ, ਉਹ ਕਹਿੰਦੇ ਹੈ ਕਿ ਸਰੀਰ ਦੇ ਮੁੱਕ ਜਾਣ ਦੇ ਨਾਲ ਜ਼ਿੰਦਗੀ ਦਾ ਸਫ਼ਰ ਨਹੀਂ ਮੁੱਕਦਾ, ਕਿਉਂਕਿ ਧਰਮ ਕਹਿੰਦੇ ਨੇ। ਤੇ ਜੋ ਧਰਮ ਕਹਿੰਦੇ ਹੈ, ਧਰਮ ਗ੍ਰੰਥ ਕਹਿੰਦੇ ਹੈ, ਧਾਰਮਿਕ ਪੁਰਖ ਉਹਨਾਂ ਨੂੰ ਮੰਨਦੇ ਕਿ ਸਰੀਰ ਦੇ ਖਤਮ ਹੋਣ ਦੇ ਨਾਲ ਜ਼ਿੰਦਗੀ ਦਾ ਸਫ਼ਰ ਖਤਮ ਨਹੀਂ ਹੁੰਦਾ। ਹਾਂ, ਜਿਹੜੇ ਨਾਸਤਕਵਾਦੀ ਫਲਸਫੇ ਹੈ ਉਹ ਕਹਿੰਦੇ ਹੈ ਸਰੀਰ ਖਤਮ, ਜ਼ਿੰਦਗੀ ਖਤਮ, ਸਫ਼ਰ ਖਤਮ। ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ, ਇਹ ਨਾਸਤਕ ਫਲਸਫੇ ਕਹਿੰਦੇ ਆ ਗੁਰੂ ਪਿਆਰਿਓ। ਜਿਹੜੇ ਵਾਹਿਗੁਰੂ ਦੀ ਹੋਂਦ ਨੂੰ ਹੀ ਨਹੀਂ ਮੰਨਦੇ, ਉਹਨਾਂ ਦੀ ਇਹ ਧਾਰਨਾ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਅਨੇਕਾਂ ਜਨਮ ਹੋ ਗਏ, ਲੇਕਿਨ ਸਾਨੂੰ ਟਿਕਾਣਾ ਨਹੀਂ ਮਿਲਿਆ, ਪੜਾਅ ਨਹੀਂ ਮਿਲਿਆ। ਅਨੇਕਾਂ ਜਨਮ ਹੋ ਗਏ। ਭਗਤ ਕਬੀਰ ਜੀ ਕਹਿੰਦੇ, ਆ ਜਿਹੜੇ ਘਰ ਦੇ ਵਿੱਚ ਅਸੀਂ ਅੱਜ ਵਸੇ ਆ ਨਾ, ਐਸੇ ਘਰ ਹਮ ਬਹੁਤ ਵਸਾਏ। ਇਹ ਪਤਾ ਨਹੀਂ ਕਿੰਨੇ ਘਰ ਵਸਾ ਚੁੱਕੇ ਆ ਪਹਿਲਾਂ।
ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਹੀ ਸ਼ਬਦ ਹੈ, ਕਹਿੰਦੇ ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਤੇ ਹੁਣ ਮਨੁੱਖਾ ਜੌਨ ਦੇ ਵਿੱਚ ਅਸੀਂ ਮਨੁੱਖਾ ਜਨਮ ਦੇ ਵਿੱਚ ਹਾਂ। ਮਨੁੱਖਾ ਜਨਮ ਦੇ ਵਿੱਚ ਹਮੇਸ਼ਾ ਰਹਿਣ ਵਾਲਾ ਗੁਰੂ ਪਿਆਰਿਓ ਪੜਾਅ ਲੱਭਣ ਦਾ ਸੁਨਹਿਰੀ ਅਵਸਰ ਜਿਹੜਾ ਹੈ ਉਹ ਜੀਵ ਨੂੰ ਪ੍ਰਾਪਤ ਹੁੰਦਾ ਹੈ। ਸੁਨਹਿਰੀ ਅਵਸਰ, ਸੁਨਹਿਰੀ ਮੌਕਾ ਇਹ ਮਨੁੱਖਾ ਜਨਮ ਦੇ ਵਿੱਚ ਪ੍ਰਾਪਤ ਹੁੰਦਾ ਹੈ। ਤੇ ਜੇ ਮਨੁੱਖਾ ਜਨਮ ਵੀ ਬਾਕੀ ਦੀਆਂ ਜੂਨੀਆਂ ਵਾਂਗੂ ਬਤੀਤ ਕਰ ਲਿਆ ਤੇ ਫਿਰ ਗੁਰੂ ਪਿਆਰਿਓ ਟਿਕਾਣਾ ਜਿਹੜਾ ਹੈ ਉਹ ਨਹੀਂ ਲੱਭਦਾ। ਅਸੀਂ ਗੁਰੂ ਪਿਆਰਿਓ ਮਨੁੱਖਾ ਜੋਨ ਦੇ ਵਿੱਚ ਇਸ ਵਕਤ ਜ਼ਿੰਦਗੀ ਬਤੀਤ ਕਰ ਰਹੇ ਹਾਂ ਤੇ ਮਨੁੱਖਾ ਜੋਨ ਜਿਹੜੀ ਹੈ ਇਹ ਸੰਸਾਰ ਦੀ ਸਰਵੋਤਮ ਜੋਨ ਹੈ। ਦੁਨੀਆ ਦੇ ਵਿੱਚ ਬੜੇ ਫਲਸਫੇ ਹੈ, ਬੜੇ ਮਤ ਹੈ, ਬੜੇ ਮਤਾਂਤਰ ਹੈ, ਬੜੇ ਧਰਮ ਹੈ, ਮਜ਼ਹਬ ਹੈ। ਕਈ ਐਸੇ ਵੀ ਫਲਸਫੇ ਹੈ ਜਿਨ੍ਹਾਂ ਨੂੰ ਅਸੀਂ ਨਾਸਤਕਵਾਦੀ ਫਲਸਫੇ ਕਹਿੰਦੇ ਹਾਂ। ਬੜੇ ਇਹਨਾਂ ਫਲਸਫਿਆਂ ਦੇ ਦਰਮਿਆਨ ਵਖਰੇਵੇਂ ਹੈ, ਮਤਭੇਦ ਹੈ। ਪਰ ਸੰਸਾਰ ਦਾ ਹਰ ਫਲਸਫਾ ਜਿਹੜਾ ਹੈ ਉਹ ਇੱਕ ਨੁਕਤੇ ਦੇ ਉੱਤੇ ਸਹਿਮਤ ਹੈ, ਇੱਕ ਨੁਕਤੇ ਤੇ ਸਹਿਮਤ ਹੈ। ਚਾਹੇ ਆਸਤਕਵਾਦੀ ਫਲਸਫੇ ਹੈ, ਚਾਹੇ ਨਾਸਤਕਵਾਦੀ ਫਲਸਫੇ ਹੈ, ਬਹੁਤ ਮਤਭੇਦ ਹੈ ਦੋਵਾਂ ਦੇ ਵਿੱਚ, ਲੇਕਿਨ ਇੱਕ ਨੁਕਤੇ ਦੇ ਉੱਤੇ ਇਹ ਦੋਵੇਂ ਸਹਿਮਤ ਹੈ। ਕਿਹੜਾ ਨੁਕਤਾ ਹੈ ਉਹ ਨੁਕਤਾ ਹੈ ਕਿ ਮਨੁੱਖਾ ਜੋਨ ਜਿਹੜੀ ਹੈ ਇਹ ਸਰਵੋਤਮ ਹੈ। ਮਨੁੱਖਾ ਜੋਨ ਵਰਗੀ ਜਿਹੜੀ ਹੈ ਉਹ ਕੋਈ ਹੋਰ ਜੋਨ ਨਹੀਂ ਹੈ। ਮਨੁੱਖਾ ਜੋਨ ਨੇ ਜਾਂ ਮਨੁੱਖਾ ਜੋਨ ਦੇ ਵਿੱਚ ਜੀਵ ਨੇ ਦਰਿਆਵਾਂ ਦੇ ਵਹਿਣ ਮੋੜ ਦਿੱਤੇ। ਮਨੁੱਖਾ ਜੋਨ ਸਰਵੋਤਮ। ਹੁਣ ਮਨੁੱਖਾ ਜੋਨ ਜਿਹੜੀ ਹੈ ਇਹ ਸਰਵੋਤਮ ਕਿਉਂ ਹੈ? ਇਸ ਕਰਕੇ ਸਰਵੋਤਮ ਹੈ ਕਿ ਆਪਣੀ ਕਿਰਤ ਕਰਕੇ ਰੋਟੀ ਖਾਂਦੀ ਹੈ, ਸੰਘਰਸ਼ ਕਰਕੇ ਰੋਟੀ ਖਾਂਦੀ ਹੈ। ਜੇ ਗੁਰੂ ਪਿਆਰਿਓ ਮਨੁੱਖਾ ਜੋਨ ਇਸ ਕਰਕੇ ਸਰਵੋਤਮ ਹੈ ਕਿ ਇਹ ਸੰਘਰਸ਼ ਕਰਕੇ ਰੋਟੀ ਖਾਂਦੀ ਹੈ, ਕਿਰਤ ਕਰਕੇ ਰੋਟੀ ਖਾਂਦੀ ਹੈ, ਤੇ ਸੰਘਰਸ਼ ਸੰਸਾਰ ਦੀ ਹਰ ਜੋਨ ਕਰਦੀ ਹੈ। ਜਿਵੇਂ ਇੱਥੇ ਕੋਈ ਖੇਤੀ ਕਰਕੇ ਰੋਟੀ ਕਮਾਉਂਦਾ ਹੈ, ਕੋਈ ਵਪਾਰ ਕਰਕੇ ਕਮਾਉਂਦਾ ਹੈ, ਕੋਈ ਦੁਕਾਨਦਾਰੀ ਕਰਕੇ ਕਮਾਉਂਦਾ ਹੈ, ਕੋਈ ਨੌਕਰੀ ਕਰਕੇ ਕਮਾਉਂਦਾ ਹੈ, ਉਵੇਂ ਸੰਸਾਰ ਦੀ ਹਰ ਜੋਨ ਜਿਹੜੀ ਹੈ ਉਹ ਆਪਣੇ ਜੀਵਨ ਦੇ ਵਿੱਚ ਸੰਘਰਸ਼ ਕਰਕੇ ਆਪਣਾ ਰਿਜ਼ਕ ਪ੍ਰਾਪਤ ਕਰਦੀ ਹੈ। ਜਿੰਨੇ ਵੀ ਚਲੰਤ ਜੀਵ ਹੈ, ਜਿੰਨੇ ਵੀ ਚਲੰਤ ਜੀਵ ਹੈ, ਇਹ ਸਾਰੇ ਚਲੰਤ ਜੀਵ ਆਪਣਾ ਸੰਘਰਸ਼ ਕਰਕੇ ਰਿਜ਼ਕ ਪ੍ਰਾਪਤ ਕਰਦੇ ਨੇ। ਫਿਰ ਕਹਿੰਦੇ ਜੀ ਮਨੁੱਖਾ ਜੋਨ ਜਿਹੜੀ ਹੈ ਇਹ ਆਪਣਾ ਘਰ ਬਣਾ ਕੇ ਰਹਿੰਦੀ ਹੈ। ਆਪਣੀ ਸਮਰੱਥਾ ਮੁਤਾਬਕ ਹਰ ਜੋਨ ਆਪਣਾ ਘਰ ਬਣਾਉਂਦੀ ਹੈ। ਕਹਿੰਦੇ ਮਨੁੱਖਾ ਜੋਨ ਆਪਣੇ ਬੱਚੇ ਪੈਦਾ ਕਰਕੇ ਉਹਨਾਂ ਬੱਚਿਆਂ ਨੂੰ ਪਾਲਦੀ ਹੈ। ਹਰ ਜੋਨ ਸੰਸਾਰ ਦੀ ਜਿਹੜੀ ਹੈ ਉਹ ਆਪਣੇ ਬੱਚੇ ਪੈਦਾ ਕਰਦੀ ਹੈ ਤੇ ਆਪਣੇ ਬੱਚਿਆਂ ਨੂੰ ਵਾਹਿਗੁਰੂ ਵੱਲੋਂ ਦਿੱਤੀ ਸਮਰੱਥਾ ਮੁਤਾਬਕ ਪਾਲਦੀ ਵੀ ਹੈ। ਵਿਵੇਕ ਗੁਰੂ ਪਿਆਰਿਓ ਹਰ ਜੋਨ ਦੇ ਵਿੱਚ ਹੈ। ਇਹ ਗੱਲ ਵੱਖਰੀ ਹੈ, ਕਿਸੇ 'ਚ ਥੋੜਾ ਹੈ, ਕਿਸੇ 'ਚ ਬਹੁਤ ਹੈ। ਇਹ ਮਨੁੱਖਾ ਜੋਨ ਸਰਵੋਤਮ ਕਿਉਂ ਹੈ? ਮਨੁੱਖਾ ਜੋਨ ਸਰਵੋਤਮ ਇਸ ਕਰਕੇ ਹੈ ਕਿਉਂਕਿ ਸੰਸਾਰ ਦੀਆਂ ਸਾਰੀਆਂ ਜੋਨੀਆਂ ਦੇ ਨਾਲੋਂ ਸਭ ਤੋਂ ਵੱਧ ਵਿਵੇਕ ਵਾਹਿਗੁਰੂ ਨੇ ਜੇ ਕਿਸੇ ਨੂੰ ਬਖਸ਼ਿਆ ਤੇ ਉਹ ਮਨੁੱਖ ਨੂੰ ਬਖਸ਼ਿਆ। ਕੋਈ ਇਸਤੇਮਾਲ ਕਰਦਾ ਹੈ, ਕੋਈ ਨਹੀਂ ਕਰਦਾ, ਇਹ ਵੱਖਰਾ ਵਿਸ਼ਾ ਹੈ। ਕਈ ਐਸੇ ਵੀ ਨੇ ਜਿਹੜੇ ਵਾਹਿਗੁਰੂ ਵੱਲੋਂ ਦਿੱਤੇ ਵਿਵੇਕ ਦੀ ਵਰਤੋਂ ਨਹੀਂ ਕਰਦੇ, ਉਹ ਇਸ ਤਰ੍ਹਾਂ ਜਿਉਂਦੇ ਨੇ ਜਿਵੇਂ ਪਸ਼ੂ ਜਿਉਂਦੇ। ਫਿਰ ਉਹਨਾਂ ਬਾਰੇ ਮਹਾਰਾਜ ਨੇ ਕਿਹਾ ਕਰਤੂਤ ਪਸ਼ੂ ਕੀ ਮਾਨਸ ਜਾਤ। ਇੱਥੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਕਹਿੰਦੇ ਅਨਕ ਜਨਮ ਭ੍ਰਮ, ਅਨੇਕਾਂ ਜਨਮ ਭ੍ਰਮਦਿਆਂ ਬੀਤ ਗਏ ਨੇ, ਠਿਤ ਨਹੀਂ ਪਾਈ, ਕਦੇ ਟਿਕਾਣਾ ਨਹੀਂ ਪਾਇਆ, ਠਿਤੀ ਨਹੀਂ ਪਾਈ, ਪੜ੍ਹਾ ਨਹੀਂ ਪਾਇਆ। ਫਿਰ ਕੀ ਕਰਨਾ ਚਾਹੀਦਾ? ਸਾਨੂੰ ਕੀ ਕਰਨਾ ਚਾਹੀਦਾ ਪੜਾਅ ਕਰਨ ਵਾਸਤੇ? ਹਮੇਸ਼ਾ ਪੜਾਅ ਕਰਨ ਵਾਸਤੇ ਹਮੇਸ਼ਾ ਪੜਾਅ ਹੈ ਕਿੱਥੇ? ਹਮੇਸ਼ਾ ਪੜਾਅ ਗੁਰੂ ਪਿਆਰਿਓ ਹੈ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ, ਵਾਹਿਗੁਰੂ ਦੇ ਵਿੱਚ ਸਮਾਉਣਾ। ਇਹ ਹਮੇਸ਼ਾ ਪੜਾਅ ਹੈ। ਤੇ ਸਤਿਗੁਰੂ ਜੀ ਕਹਿੰਦੇ ਕਰੋ ਸੇਵਾ
ਗੁਰ ਲਾਗੋਂ ਚਰਨ, ਕਹਿੰਦੇ ਅਸੀਂ ਸੇਵਾ ਕਰੀਏ, ਗੁਰੂ ਜੀ ਦੇ ਚਰਨੀ ਲੱਗੀਏ। ਅਸੀਂ ਸੇਵਾ ਕਰੀਏ, ਗੁਰੂ ਜੀ ਦੇ ਚਰਨੀ ਲੱਗੀਏ। ਪੁਰਾਣੇ ਵੇਲਿਆਂ ਦੇ ਵਿੱਚ ਜਿਹੜੇ ਸਿੱਖ ਪਰਿਵਾਰ ਹੁੰਦੇ ਸੀ ਨਾ ਗੁਰੂ ਪਿਆਰਿਓ, ਉਹ ਆਪਣੇ ਬੱਚਿਆਂ ਨੂੰ ਗੁਰੂ ਘਰ ਲੈ ਕੇ ਆਉਂਦੇ ਤੇ ਫਿਰ ਗੁਰੂ ਪਿਆਰਿਓ ਉਹਨਾਂ ਨੂੰ ਗ੍ਰੰਥੀ ਸਿੰਘ ਦੇ ਹਵਾਲੇ ਕਰਦੇ ਕਿ ਇਹਨਾਂ ਨੂੰ ਗੁਰਮੁਖੀ ਪੜ੍ਹਾ ਦਿਓ ਜੀ, ਇਹਨਾਂ ਨੇ ਗੁਰੂ ਚਰਨੀ ਲੱਗਣਾ, ਸਾਡੇ ਬੱਚੇ ਨੇ ਗੁਰੂ ਚਰਨੀ ਲੱਗਣਾ, ਬੱਚੇ ਨੇ ਸਾਡੇ ਗੁਰੂ ਚਰਨੀ ਲਾਉਣਾ ਬੱਚੇ ਨੂੰ। ਅੱਜ ਕੱਲ੍ਹ ਗੁਰੂ ਪਿਆਰਿਓ ਬੱਚਿਆਂ ਨੂੰ ਗੁਰੂ ਚਰਨੀ ਲਾਉਣ ਦੀ ਜਿਹੜੀ ਰਵਾਇਤ ਹੈ ਨਾ, ਇਹ ਦੂਰ ਹੀ ਹੋ ਗਈ ਹੈ ਸਾਡੇ 'ਚ। ਬੱਚਾ ਯੋਗ ਹੋ ਗਿਆ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਦੇ, ਫਿਰ ਗੁਰੂ ਪਿਆਰਿਓ ਪੰਜ ਪਿਆਰੇ ਸਾਹਿਬਾਨ ਦੇ ਸਨਮੁਖ ਬੱਚੇ ਨੂੰ ਲੈ ਕੇ ਜਾਣਾ। ਜਦੋਂ ਯੋਗ ਹੋ ਗਿਆ ਬੱਚਾ ਸਾਡਾ ਗੁਰੂ ਚਰਨੀ ਲੱਗਣ ਜਾ ਰਿਹਾ, ਗੁਰੂ ਚਰਨੀ ਲੱਗਣਾ। ਕਹਿੰਦੇ ਅਸੀਂ ਸੇਵਾ ਕਰੀਏ, ਗੁਰੂ ਜੀ ਦੇ ਚਰਨੀ ਲੱਗੀਏ ਤੇ ਗੁਰੂ ਅੱਗੇ ਇੱਕ ਅਰਦਾਸ ਕਰੀਏ। ਕੀ ਅਰਦਾਸ ਕਰੀਏ ਗੁਰੂ ਜੀ ਦੇ ਅੱਗੇ? ਅਸੀਂ ਵੀ ਅਰਦਾਸ ਕਰਦੇ ਹਾਂ ਸਤਿਗੁਰੂ ਦੇ ਅੱਗੇ ਆ ਕੇ, ਤੇ ਮਹਾਰਾਜ ਅੱਜ ਸਾਨੂੰ ਅਰਦਾਸ ਦੀ ਜੁਗਤ ਵੀ ਸਮਝਾ ਰਹੇ ਹੈ। ਕਹਿੰਦੇ ਕੀ ਅਰਦਾਸ ਕਰੀਏ ਗੁਰੂ हे सतगुरु जी, गोबिंद जी का मार्ग देहो जी बताई। की कहना अरदास दे विच कि हे सतगुरु जी, महाराज कहते ने गोबिंद जी का मार्ग देहो जी बताई। सानू गोबिंद जी का मार्ग दस दिओ। गोबिंद कौन है गुरु प्यारिओ? जिहड़ा सृष्टि नूं पैदा करदा है, ते सृष्टि नूं पैदा कौन करदा है? वाहिगुरु। हे सतगुरु जी, सानू वाहिगुरु दे घर जाने वाला राह दस दिओ, क्योंकि वाहिगुरु दा घर जिहड़ा है वो हमेशा रहने वाला टिकाणा है, असीं उत्थे जाना है। सानू वो राह दसो सतगुरु जी जिहड़ा वाहिगुरु दे घर जांदा। ते एक गल गुरु प्यारिओ चेते रखनी है कि वाहिगुरु दे घर जाने वाला राह दसेरा जिहड़ा है संसार दे अंदर केवल ते केवल पूरा गुरु है, समर्थ गुरु है। ते वो कौन है? वो है शब्द बाणी, धन गुरु ग्रंथ साहिब सच्चे पातशाह। साडे सिखां लई, साडे सिखां लई गुरु प्यारिओ, वैसे तो मनुखता लई है, मानवता लई है। ये परमेश्वर दे घर दसन वाला राह दसेरा समुची मानवता लई है। ये नहीं है कि कला सिखां नूं दसदा है। जिहड़ा भी आके गुरु चरनी लग जाता है वो सिख हो जाता है, तो जिहड़ा सिख हो जाता है उन्होंने सतगुरु जी राह दसदे हैं। जिहड़ा गुरु चरनी लगता है वो सिख हो जाता है, चाहे वो हिंदू है, चाहे मुसलमान है, चाहे ईसाई है। जिहड़ा गुरु चरनी लगता है वो सिख हो जाता है, तो जिहड़ा सिख हो जाता है उन्होंने फिर सतगुरु जी परमेश्वर के घर का मार्ग दसदे ने, राह दसदे ने। एक सवाल पैदा होता है, ये सानू नहीं दसिया, असी कदे मंगिया गुरु तो, कदे आख्या कि सतगुरु जी गोबिंद जी का मार्ग देहो जी बताए? कदे तड़प रखी है राह प्राप्त करने की, इच्छा रखी है? क्योंकि गुरु प्यारिओ जे इच्छा ना होवे ते बंदा मंगदा नहीं है। मंगदा उदों है जदों लोड़ हुंदी है, इच्छा हुंदी है। सानू कदे इच्छा ही नहीं हुई वाहिगुरु दे राह पैण दी। जदों इच्छा पैदा हो गई, जदों तड़प पैदा हो गई, जदों तांग पैदा हो गई, फिर गुरु प्यारिओ मंगण दा यतन करन दी लोड़ नहीं, बदो बदी जिहड़ा है मंग जिहड़ी है साडे मुखों निकल आउणी है जदों तड़प पैदा हो गई। बंदा गुरु प्यारिओ प्यास दे नाल बेहबल हो जाए ना, फिर उहदे मुख चों आप मुहारे निकलदा है पानी पानी पानी। जे प्यास ना होवे ते मूँह चों पानी शब्द नहीं निकलदा। जदों भुख लगी होवे ना ते भुख भी अत तीबर, उदों मूँह चों शब्द निकलदा रोटी भोजन। जदों वाहिगुरु दे चरनां दी प्यास पैदा हो गई ना गुरु प्यारिओ,
ਉਦੋਂ ਫਿਰ ਅਸੀਂ ਕਹਾਂਗੇ ਵੀ ਸਤਿਗੁਰੂ ਜੀ ਸਾਨੂੰ ਰਾਹ ਦੱਸ ਦਿਓ ਪ੍ਰਮਾਤਮਾ ਦੇ ਘਰ ਜਾਣ ਵਾਲਾ। ਇਹ ਪਾਤਸ਼ਾਹ ਰਹਾਉ ਦੀ ਪੰਕਤੀ ਚ ਆਖਦੇ ਨੇ। ਸਮੁੱਚੇ ਸ਼ਬਦ ਵਿੱਚ ਕੀ ਸਮਝਾਉਂਦੇ ਆ ਗੁਰੂ ਪਿਆਰਿਓ, ਆਓ ਪਿਆਰ ਤੇ ਸਤਿਕਾਰ ਦੇ ਨਾਲ ਸੁਣੀਏ। ਜਿੰਨੇ ਕੁ ਵੱਡੇ ਭਾਗਾਂ ਸਦਕਾ ਅੱਜ ਆਪਾਂ ਗੁਰੂ ਕੀ ਗੋਦ 'ਚ ਜੁੜੇ ਬੈਠੇ ਹਾਂ, ਮਨ ਬਿਰਤੀਆਂ ਇਕਾਗਰ ਕਰ ਲਈਏ, ਗੁਰੂ ਕੇ ਸ਼ਬਦ ਵਿੱਚ ਧਿਆਨ ਜੋੜਦੇ ਹਾਂ। ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹਲਾ ਪੰਜਵਾ। ਘਰ ਛੇਵਾ ਆਸ਼ਟਪਦੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਧਨਾਸਰੀ ਗੁਰੂ ਪਿਆਰਿਓ ਰਾਗ ਦਾ ਨਾਂ ਹੈ। ਮਹੱਲਾ ਪੰਜਵਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਬਦ ਹੈ। ਘਰ ਛੇਵਾਂ, ਛੇਵੇਂ ਘਰ ਦੇ ਵਿੱਚ ਰੱਖ ਕੇ ਪਾਤਸ਼ਾਹ ਜੀ ਨੇ ਇਸ ਸ਼ਬਦ ਨੂੰ ਗਾਉਣ ਦਾ ਨਿਰਦੇਸ਼ ਦਿੱਤਾ ਹੈ। ਔਰ ਅੱਗੇ ਗੁਰੂ ਪਿਆਰਿਓ ਸਿਰਲੇਖ ਹੈ ਅਸ਼ਟਪਦੀ। ਇਹ ਇੱਕ ਅਸ਼ਟਪਦੀ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਉਚਾਰਨ। ਜੇ ਦੋ ਹੁੰਦੀਆਂ ਫਿਰ ਹੋਣਾ ਸੀ ਅਸ਼ਟਪਦੀਆਂ, ਹੁਣ ਇੱਕ ਹੈ ਇਸ ਕਰਕੇ ਅਸ਼ਟਪਦੀ। 8 ਪਦਿਆਂ ਦੀ, 8 ਪਦਿਆਂ ਦਾ ਸ਼ਬਦ ਹੈ। ਸੰਖੇਪ ਰੂਪ ਦੇ ਵਿੱਚ ਮੰਗਲ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਇੱਕ ਹੈ, ਨਿਰਗੁਣ ਤੇ ਸਰਗੁਣ ਸਰੂਪ ਦੇ ਵਿੱਚ ਸੁਭਾਈਮਾਨ ਹੈ, ਅਬਨਾਸੀ ਹੈ, ਗੁਰੂ ਕਿਰਪਾ ਦੁਆਰਾ ਜਾਣਿਆ ਜਾ ਸਕਦਾ ਹੈ। ਹੁਣ ਪਹਿਲੀ ਪੰਕਤੀ ਦੇ ਵਿੱਚ ਗੁਰੂ ਪਿਆਰਿਓ ਪਾਤਸ਼ਾਹ ਜੀ ਸਮਝਾਉਂਦੇ ਨੇ, ਜੋ ਜੋ ਜੂਨੀ ਆਇਓ ਤਿਹ ਤਿਹ ਉਰਜਾਇਓ। ਮਾਨਸ ਜਨਮ ਸੰਜੋਗ ਪਾਇਆ। ਹੁਣ ਸਤਿਗੁਰੂ ਜੀ ਗੁਰੂ ਪਿਆਰਿਓ ਦੇਖੋ ਕੀ ਕਹਿ ਰਹੇ ਨੇ। ਕਹਿੰਦੇ ਜੋ ਜੋ ਜੂਨੀ ਆਇਓ। ਜੋ ਜੋ ਦਾ ਮਤਲਬ ਹੈ ਜਿਹੜਾ ਜਿਹੜਾ, ਜਿਹੜਾ ਜਿਹੜਾ ਕਿਸੇ ਕਿਸੇ ਜੂਨ ਦੇ ਵਿੱਚ ਆਇਆ ਹੈ ਨਾ, ਕਹਿੰਦੇ ਤੇਹ ਤੇਹ ਉਰਝਾਇਓ। ਉਹ ਉੱਥੇ ਉੱਥੇ ਉਲਝ ਗਿਆ ਹੈ, ਉਲਝ ਗਿਆ, ਉਲਝੇ ਪਏ ਆ ਸਾਰੇ ਗੁਰੂ ਪਿਆਰਿਓ। ਜਿਹੜਾ ਜਿਹੜਾ ਵੀ ਜੋਨੀਆਂ 'ਚ ਆਇਆ ਹੈ, ਕਹਿੰਦੇ ਉਹ ਹਰ ਜੋਨ ਦੇ ਵਿੱਚ ਜਿਹੜਾ ਹੈ ਉਹ ਉਲਝ ਕੇ ਰਹਿ ਗਿਆ। ਕਾਹਦੇ 'ਚ ਉਲਝ ਕੇ ਰਹਿ ਗਿਆ? ਸੰਸਾਰ ਦੇ ਬੰਧਨਾਂ ਦੇ ਵਿੱਚ, ਸੰਸਾਰ ਦੀ ਇਹ ਮਾਇਆ ਦੇ ਬੰਧਨਾਂ ਦੇ ਵਿੱਚ ਜਿਹੜਾ ਜਿਹੜਾ ਵੀ ਜੋਨੀ ਦੇ ਵਿੱਚ ਆਇਆ ਹੈ ਉਹ ਉਲਝ ਕੇ ਰਹਿ ਗਿਆ। ਜਿਹੜੀ ਮਰਜ਼ੀ ਜੋਨ ਦੇਖ ਲਓ ਗੁਰੂ ਪਿਆਰਿਓ, ਉਲਝੀ ਹੋਈ ਹੈ। ਚਾਹੇ ਪਸ਼ੂ ਦੀ ਜੋਨ ਹੈ, ਚਾਹੇ ਪੰਛੀ ਦੀ ਜੋਨ ਹੈ, ਚਾਹੇ ਪੇੜ ਪੌਦਿਆਂ ਦੀ ਜੋਨ ਹੈ, ਚਾਹੇ ਕੀੜੇ ਮਕੌੜਿਆਂ ਦੀ ਜੋਨ ਹੈ, ਚਾਹੇ ਪਾਣੀ 'ਚ ਰਹਿਣ ਵਾਲੇ ਜੀਵਾਂ ਦੀ ਜੋਨ ਹੈ, ਚਾਹੇ ਧਰਤੀ 'ਤੇ ਰਹਿਣ ਵਾਲੇ ਜੀਵਾਂ ਦੀ ਜੋਨ ਹੈ, ਚਾਹੇ ਆਕਾਸ਼ ਦੇ ਵਿੱਚ ਉੱਡਣ ਵਾਲੇ ਜੀਵਾਂ ਦੀ ਜੋਨ ਹੈ। ਜਿਹੜਾ ਜਿਹੜਾ ਜੋਨ ਦੇ ਵਿੱਚ ਹੈ ਉਹ ਉਲਝਿਆ ਹੋਇਆ ਹੈ, ਉਲਝਿਆ ਹੋਇਆ। ਫਿਰ ਕਹਿੰਦੇ ਮਾਨਸ ਜਨਮ ਸੰਜੋਗ ਪਾਇਆ। ਫਿਰ ਕਹਿੰਦੇ ਇਹ ਮਨੁੱਖਾ ਜਨਮ ਜਿਹੜਾ ਹੈ ਇਹ ਸੰਜੋਗਾਂ ਦੇ ਨਾਲ ਸਾਨੂੰ ਪ੍ਰਾਪਤ ਹੋ ਗਿਆ, ਸੰਜੋਗਾਂ ਦੇ ਨਾਲ। ਕੋਈ ਪਰਮੇਸ਼ਵਰ ਨੇ ਕਿਰਪਾ ਕਰਤੀ, ਵਾਹਿਗੁਰੂ ਨੇ ਕਿਰਪਾ ਕਰਤੀ। ਇਹ ਬੜਾ ਲੰਬਾ ਸਮਾਂ ਹੋ ਗਿਆ ਇਸ ਜੀਵ ਨੂੰ ਧੱਕੇ ਖਾਂਦੇ ਆ, ਇਸ ਕਰਕੇ ਕਹਿੰਦੇ ਸੰਜੋਗਾਂ ਦੇ ਨਾਲ ਸਾਨੂੰ ਇਹ ਮਾਨਸ ਜਨਮ ਜਿਹੜਾ ਹੈ, ਮਨੁੱਖਾ ਜਨਮ ਜਿਹੜਾ ਹੈ ਉਹ ਬਖਸ਼ਦਾ ਪ੍ਰਮਾਤਮਾ ਨੇ, ਬਖਸ਼ਦਾ। ਬਾਣੀ 'ਚ ਬਚਨ ਆਉਂਦਾ, ਮਹਾਰਾਜ ਕਹਿੰਦੇ ਚਿਰੰਕਾਲ ਇਹ ਦੇਹ ਸੰਜਰੀਆ। ਬੜੇ ਲੰਬੇ ਸਮੇਂ ਬਾਅਦ ਇਹ ਸਾਡੀ ਦੇਹ ਜਿਹੜੀ ਹੈ ਉਹ ਸਿਰਜੀ ਗਈ ਹੈ, ਬੜੇ ਲੰਬੇ ਸਮੇਂ ਬਾਅਦ। ਰੋਜ਼ ਅਸੀਂ ਸ਼ਬਦ ਪੜ੍ਹਦੇ ਹਾਂ ਰਹਿਰਾਸ ਸਾਹਿਬ ਦੇ ਵਿੱਚ, ਭਈ ਪ੍ਰਾਪਤ ਮਾਨੁਖ ਦੇਹੁਰੀਆ। ਭਈ ਪ੍ਰਾਪਤ, ਪ੍ਰਾਪਤ ਹੋਈ ਹੈ ਮਾਨੁਖ ਦੇਹੁਰੀਆ, ਮਨੁੱਖਾ ਦੇਹੀ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਤੇ ਮਹਾਰਾਜ ਕਹਿੰਦੇ ਇਹ ਜਿਹੜਾ ਵੇਲਾ ਹੈ ਨਾ ਭਾਈ, ਇਹ ਗੋਬਿੰਦ ਨੂੰ ਮਿਲਣ ਦਾ ਹੈ। ਪਰ ਸਾਨੂੰ ਤਾਂ ਗੋਬਿੰਦ ਨੂੰ ਮਿਲਣ ਜਾਣ ਵਾਸਤੇ ਉਹਦੇ ਘਰ ਦਾ ਰਾਹ ਹੀ ਨਹੀਂ ਪਤਾ। ਮਹਾਰਾਜ ਕਹਿੰਦੇ ਨੇ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇੱਥੋਂ ਤੱਕ ਸਤਿਗੁਰੂ ਕਹਿੰਦੇ ਜਨਮ ਬਿਰਥਾ ਜਾਤ ਰੰਗ ਮਾਇਆ ਕਹਿ। ਉਹ ਪੁਰਖਾ ਤੇਰਾ ਜੀਵਨ ਬਤੀਤ ਹੋ ਰਿਹਾ ਹੈ,
ਅਜੇ ਤੂੰ ਗੋਬਿੰਦ ਦੇ ਮਾਰਗ ਦੇ ਉੱਤੇ ਤੁਰਨ ਵਾਸਤੇ ਤਿਆਰੀ ਹੀ ਨਹੀਂ ਕੀਤੀ। ਤੁਰਨਾ ਕਿਹੜੇ ਵੇਲੇ ਹੈ? ਤਿਆਰੀ ਹੀ ਨਹੀਂ ਕੀਤੀ ਅਜੇ, ਤਾਂ ਮਨ 'ਚ ਇੱਛਾ ਹੀ ਨਹੀਂ ਲਿਆਂਦੀ ਵੀ ਜਾਣਾ ਹੈ। ਅਜੇ ਵੀ ਸੰਸਾਰ ਦੇ ਵਿੱਚ ਹੀ ਉਲਝਿਆ ਪਿਆ। ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਥੇ ਕਹਿੰਦੇ ਮਾਨਸ ਜਨਮ ਸੰਜੋਗ ਪਾਇਆ। ਕਹਿੰਦੇ ਮਨੁੱਖਾ ਜਨਮ ਜਿਹੜਾ ਹੈ ਇਹ ਸੰਜੋਗਾਂ ਦੇ ਨਾਲ ਪ੍ਰਾਪਤ ਹੋਇਆ ਭਾਈ। ਅੱਗੇ ਦੱਸਦੇ ਨੇ, ਤਾਕੀ ਹੈ ਓਟ ਸਾਧ, ਰਾਖੋ ਦੇ ਕਰ ਹਾਥ, ਕਰ ਕਿਰਪਾ ਮੇਲੋ ਹਰ ਰਾਇਆ। ਹੁਣ ਮਹਾਰਾਜ ਕੀ ਕਰੀਏ? ਮਨੁੱਖਾ ਜਨਮ ਪ੍ਰਾਪਤ ਹੋ ਗਿਆ, ਇਹ ਗੱਲ ਸੱਚੀ ਹੈ ਕਿ ਅਸੀਂ ਤਾਂ ਗੋਬਿੰਦ ਨੂੰ ਮਿਲਣ ਵਾਸਤੇ ਕਦੇ ਜ਼ਿਕਰ ਹੀ ਨਹੀਂ ਕੀਤਾ, ਕਦੇ ਯਤਨ ਹੀ ਨਹੀਂ ਕੀਤਾ। ਕੀ ਕਰੀਏ ਮਹਾਰਾਜ? ਸਤਿਗੁਰੂ ਜੀ ਕਹਿੰਦੇ ਭਾਈ ਇੱਕ ਕੰਮ ਤਾਂ ਤੁਸੀਂ ਇਹ ਕਰਨਾ ਹੈ ਕਿ ਗੁਰੂ ਦੀ ਓਟ ਤੱਕ ਲਓ। ਓਟ, ਓਟ ਦਾ ਮਤਲਬ ਕੀ ਹੁੰਦਾ ਗੁਰਪਿਆਰਿਓ? ਓਟ ਦਾ ਮਤਲਬ ਹੁੰਦਾ ਸਹਾਰਾ, ਆਸਰਾ ਤੱਕ ਲਓ ਗੁਰੂ ਦਾ। ਅਸੀਂ ਕਿਹਦਾ ਆਸਰਾ ਤੱਕਿਆ? ਅਸੀਂ ਸੰਸਾਰ ਦਾ ਆਸਰਾ ਤੱਕਿਆ ਹੋਇਆ। ਪਹਿਲਾਂ ਤਾਂ ਅਸੀਂ ਆਪਦੇ ਸਰੀਰ ਦਾ ਹੀ ਆਸਰਾ ਤੱਕਿਆ ਕਿ ਸਾਡਾ ਸਰੀਰ ਤਕੜਾ ਹੈ, ਤੁਰਿਆ ਫਿਰਦਾ ਹੈ, ਸਾਨੂੰ ਕਿਸੇ ਦੀ ਕੀ ਪਰਵਾਹ ਹੈ। ਫਿਰ ਅਸੀਂ ਆਪਣੀ ਦੌਲਤ ਦਾ ਆਸਰਾ ਤੱਕਿਆ ਵੀ ਸਾਡੇ ਕੋਲੇ ਪੈਸਾ ਟਕਾ ਬਹੁਤ ਹੈ, ਆਮਦਨ ਬਹੁਤ ਹੈ, ਸਾਨੂੰ ਕਿਸੇ ਦੀ ਕੀ ਪਰਵਾਹ। ਫਿਰ ਅਸੀਂ ਆਪਣੀ ਔਲਾਦ ਦਾ ਆਸਰਾ ਤੱਕਿਆ ਹੋਇਆ ਵੀ ਸਾਡੇ ਤਾਂ ਔਲਾਦ ਹੈਗੀ ਹੈ, ਸਾਡੀ ਆਗਿਆ 'ਚ ਚੱਲਦੀ ਹੈ, ਸਾਨੂੰ ਕਿਸੇ ਦੀ ਕੀ ਪਰਵਾਹ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਥੇ ਕਹਿੰਦੇ ਪੁਰਖੋ ਆ ਜਿਨ੍ਹਾਂ ਨੂੰ ਸੰਸਾਰ ਦੇ ਵਿੱਚ ਤੁਸੀਂ ਓਟ ਤੱਕੀ ਬੈਠੇ ਹੋ ਨਾ, ਇਹਨੇ ਓਟ ਰਹਿਣਾ ਨਹੀਂ ਹੈ। ਕਹਿੰਦੇ ਇਹਨੇ ਓਟ ਰਹਿਣਾ ਨਹੀਂ ਹੈ। ਇੱਕ ਸਮਾਂ ਆ ਜਾਏਗਾ ਜਦੋਂ ਤੁਹਾਡੀ ਇਹ ਸਾਰੀ ਓਟ ਜਿਹੜੀ ਹੈ ਇਹ ਢਹਿ ਢੇਰੀ ਹੋ ਜੂਗੀ, ਔਰ ਹੋ ਵੀ ਜਾਂਦੀ ਹੈ। ਜਦੋਂ ਮੰਜੇ 'ਚ ਪਿਆ ਬਜ਼ੁਰਗ ਆਖਰੀ ਸਾਹ ਗਿਣਦਾ ਹੁੰਦਾ ਨਾ ਗੁਰੂ ਪਿਆਰਿਓ, ਹਸਪਤਾਲ ਦੇ ਵਿੱਚ ਕੋਲ ਖੜੇ ਹੁੰਦੇ ਆ ਪੁੱਤ ਧੀਆਂ ਜਵਾਈ, ਤੇ ਉਹਨਾਂ ਵੱਲ ਲਾਲਸਾ ਜੀ ਨਾਲ ਤੱਕਦਾ ਹੈ ਤੇ ਅੱਖਾਂ ਰਾਹੀਂ ਕਹਿੰਦਾ ਵੀ ਬਚਾ ਲਓ, ਰੱਖ ਲਓ ਮੈਨੂੰ। ਉਹ ਕਹਿੰਦੇ ਹੁਣ ਮਹਿੰਗੇ ਹਸਪਤਾਲ 'ਚ ਦਾਖਲ ਕਰਾਤਾ, ਮਹਿੰਗਾ ਇਲਾਜ ਕਰਾ ਰਹੇ ਆ, ਹੁਣ ਹੋਰ ਕੀ ਕਰ ਸਕਦੇ ਆ? ਵਾਹਿਗੁਰੂ ਨੇ ਹੁਣ ਲਿਖੀ ਨਹੀਂ ਤੇਰੀ, ਅਸੀਂ ਕੀ ਕਰ ਸਕਦੇ? ਤੇ ਫਿਰ ਮਨੁੱਖ ਗੁਰੂ ਪਿਆਰਿਓ ਉਦੋਂ ਬੇਵੱਸ ਹੋ ਜਾਂਦਾ ਵੀ ਇਹਨਾਂ ਦੇ ਵੱਸ ਵੀ ਨਹੀਂ ਹੈ ਕੁਛ। ਵਾਕਈ ਵੱਸ ਨਹੀਂ ਹੁੰਦਾ ਉਹਨਾਂ ਦੇ, ਨਾ ਧੀਆਂ ਦੇ ਵੱਸ ਹੁੰਦਾ ਹੈ, ਨਾ ਪੁੱਤਰਾਂ ਦੇ ਵੱਸ ਹੁੰਦਾ ਹੈ, ਨਾ ਜਵਾਈਆਂ ਦੇ ਵੱਸ ਹੁੰਦਾ ਹੈ, ਨਾ ਭਰਾਵਾਂ ਦੇ ਵੱਸ ਹੁੰਦਾ ਹੈ, ਕਿਸੇ ਦੇ ਵੱਸ ਨਹੀਂ ਹੁੰਦਾ ਗੁਰੂ ਪਿਆਰਿਓ। ਔਰ ਉਹਨਾਂ ਦੇ ਵੇਹਦਿਆਂ ਬੰਦਾ ਜਿਹੜਾ ਹੈ ਉਹ ਮੰਜਾ ਛੱਡ ਜਾਂਦਾ, ਸਰੀਰ ਛੱਡ ਜਾਂਦਾ। ਤੇ ਭਗਤ ਕਬੀਰ ਜੀ ਤਾਂ ਇੱਥੋਂ ਤੱਕ ਬਚਨ ਕਹਿੰਦੇ ਆ, ਕਹਿੰਦੇ ਪੁਰਖਾ ਇੱਕ ਦਿਨ ਤੇਰੀ ਜ਼ਿੰਦਗੀ ਦੇ ਵਿੱਚ ਐਸਾ ਵੀ ਆ ਸਕਦਾ ਹੈ, ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੇ, ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੇ। ਤੇਰੀ ਓਕ ਦੇ ਵਿੱਚ ਕਿਸੇ ਨੇ ਪਾਣੀ ਨਹੀਂ ਪਾਉਣਾ। ਇੱਕ ਸ਼ਬਦ ਹੈ ਗੁਰੂ ਪਿਆਰਿਓ ਬੁੱਕ, ਇੱਕ ਸ਼ਬਦ ਹੈ ਓਕ। ਬੁੱਕ ਸ਼ਬਦ ਜਦੋਂ ਅਸੀਂ ਜਲ ਛਕਦੇ ਹਾਂ ਨਾ ਗੁਰੂ ਪਿਆਰਿਓ, ਜਦੋਂ ਸਾਨੂੰ ਕੋਈ ਜਲ ਛਕਾਉਂਦਾ ਹੈ, ਅਸੀਂ ਦੋਨੇ ਹੱਥ ਜੋੜ ਕੇ ਤੇ ਉਸ ਦੋਨੇ ਹੱਥਾਂ ਦੇ ਵਿੱਚ ਆਪਣੇ ਜਲ ਜਦੋਂ ਪਵਾਉਂਦੇ ਹਾਂ ਉਹ ਹੁੰਦੀ ਹੈ ਬੁੱਕ। ਜਦੋਂ ਅਸੀਂ ਆਪ ਜਲ ਛਕਣਾ ਗੜਵੀ ਦੇ ਨਾਲ ਜਾਂ ਗਲਾਸ ਦੇ ਨਾਲ, ਤੇ ਇੱਕ ਹੱਥ ਆਪਣੇ ਮੂੰਹ ਨੂੰ ਲਾ ਲੈਂਦੇ ਹਾਂ ਤੇ ਫਿਰ ਇੱਕ ਹੱਥ ਦੇ ਨਾਲ ਅਸੀਂ ਆਪਣੇ ਹੱਥ 'ਚ ਪਾਣੀ ਪਾ ਕੇ ਪੀਂਦੇ ਹਾਂ, ਉਹ ਹੁੰਦੀ ਆ ਓਕ। ਓਕ ਹੁੰਦੀ ਆ। ਕਹਿੰਦੇ ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੇ। ਕਹਿੰਦੇ ਐਸੀ ਹਾਲਤ ਹੋ ਜਾਣੀ ਹੈ ਕਿ ਤੇਰੀ ਓਕ ਦੇ ਵਿੱਚ ਕਿਸੇ ਨੇ ਪਾਣੀ ਨਹੀਂ ਪਾਉਣਾ ਹੈ। ਜਿਨ੍ਹਾਂ ਲਈ ਤੂੰ ਲੜ ਰਿਹਾ, ਜਿਨ੍ਹਾਂ ਲਈ ਤੂੰ ਸੰਘਰਸ਼ ਕਰ ਰਿਹਾ, ਕਿਹਨਾਂ ਲਈ ਸੰਘਰਸ਼ ਕਰ ਰਿਹਾ ਮਨੁੱਖ? ਆਪਦੇ ਸਰੀਰ ਲਈ, ਆਪਦੇ ਪਰਿਵਾਰ ਲਈ, ਆਪਦੇ ਮਿੱਤਰਾਂ ਲਈ। ਤਾਂ ਇਸ ਕਰਕੇ ਜਿਸ ਨੇ ਸਹਾਰਾ ਬਣਨਾ ਹੈ ਉਹਨੂੰ ਅਸੀਂ ਗੁਰੂ ਪਿਆਰਿਓ ਸਹਾਰਾ ਮੰਨਣ ਵਾਸਤੇ ਤਿਆਰ ਨਹੀਂ। ਤਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਪੁਰਖੋ ਇੱਕ ਕੰਮ ਕਰੋ, ਗੁਰੂ ਕੋਲ ਆਏ ਹੋ, ਗੁਰੂ ਨੂੰ ਇਹ ਸ਼ਬਦ ਕਹੋ ਕਿ ਤਾਕੀ ਹੈ ਓਟ, ਹੇ ਸਤਿਗੁਰੂ ਅਸੀਂ ਤੇਰੀ ਓਟ ਤੱਕੀ ਹੈ। ਇਕੱਲਾ ਕਹਿਣਾ ਨਹੀਂ ਗੁਰੂ ਪਿਆਰਿਓ, ਤੱਕਣੀ ਵੀ ਹੈ। ਬਾਣੀ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਬਦ ਹੈ, ਕਹਿੰਦੇ ਉਪਾਵ ਛੋਟ ਗਹੋ ਤਿਸਕੀ ਓਟ, ਨਿਮਖ ਮਾਹ ਹੋਵੇ ਤੇਰੀ ਛੋਟ। ਸਾਰੇ ਉਪਾਅ ਛੱਡ ਕੇ ਓਟ ਤੱਕ ਲੋ ਗੁਰੂ ਦੀ, ਪਰਮਾਤਮਾ ਦੀ, ਕਹਿੰਦੇ ਤੁਹਾਡਾ ਛੁਟਕਾਰਾ ਹੋ ਜਾਏਗਾ, ਕਲਿਆਣ ਹੋ ਜਾਏਗਾ। ਤਾਂ ਸਤਿਗੁਰੂ ਜੀ ਨੂੰ ਕਹੋ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ, ਸਤਿਗੁਰੂ ਜੀ ਨੂੰ ਕਹੋ ਤਾਕੀ ਹੈ ਓਟ, ਹੇ ਸਤਿਗੁਰੂ ਅਸੀਂ ਤੇਰੀ ਓਟ ਤੱਕੀ ਹੈ।
ਤਾਕੀ ਹੈ ਓਟ ਸਾਧ ਰਾਖੋ ਦੇ ਕਰ ਹਾਥ। ਇੱਥੇ ਸਾਧ ਦਾ ਅਰਥ ਕੀ ਹੈ? ਗੁਰੂ। ਕਿਉਂਕਿ ਸਭ ਤੋਂ ਵੱਡਾ ਸਾਧੂ ਕੌਣ ਹੈ ਸੰਸਾਰ ਦੇ ਅੰਦਰ? ਗੁਰੂ ਪਿਆਰੇ। ਸਭ ਤੋਂ ਵੱਡਾ ਸਾਧੂ ਜਿਹੜਾ ਹੈ ਸਿੱਖ ਦੀ ਨਜ਼ਰ ਦੇ ਵਿੱਚ ਗੁਰੂ ਹੈ। ਗੁਰੂ ਤੋਂ ਵੱਡਾ ਕੋਈ ਸਾਧੂ ਨਹੀਂ ਗੁਰੂ ਪਿਆਰਿਓ। ਹੇ ਸਤਿਗੁਰੂ ਜੀ, ਤਾਕੀ ਹੈ ਓਟ ਸਾਧ, ਇਹ ਸੰਬੋਧਨ ਹੈ। ਰੱਖੋ ਦੇ ਕਰ ਹਾਥ, ਇਸ ਕਰਕੇ ਹੁਣ ਤੇਰੀ ਓਟ ਤੱਕ ਲਈ ਹੈ, ਸਾਨੂੰ ਹੱਥ ਦੇ ਕੇ ਰੱਖ ਲਾ, ਹੱਥ ਦੇ ਕੇ ਬਚਾ ਲਾ। ਰੱਖੋ ਦੇ ਕਰ ਹਾਥ, ਕਰ ਕਿਰਪਾ ਮੇਲਾ ਹੋ ਹਰ ਰਾਇਆ, ਤੇ ਬਖਸ਼ਿਸ਼ ਕਰਕੇ ਸਾਨੂੰ ਉਹ ਪਾਤਸ਼ਾਹ ਪ੍ਰਭੂ ਮਿਲਾ ਦੇ। ਇਹ ਅਰਦਾਸ ਕਰਿਆ ਕਰੋ। ਕਰ ਕਿਰਪਾ ਮੇਲਾ ਹੋ ਹਰ ਰਾਇਆ। ਤੇ ਰਾਇਆ ਦਾ ਮਤਲਬ ਕੀ ਹੈ ਗੁਰੂ ਪਿਆਰਿਓ? ਰਾਇਆ ਦਾ ਮਤਲਬ ਹੈ ਕਿ ਪਾਤਸ਼ਾਹ, ਕਿ ਸਾਨੂੰ ਉਹ ਪਾਤਸ਼ਾਹ ਮਿਲਾ ਦਿਓ, ਸਾਨੂੰ ਉਹ ਵਾਹਿਗੁਰੂ ਮਿਲਾ ਦਿਓ। ਸਤਿਗੁਰੂ ਜੀ, ਅਸੀਂ ਤੇਰੀ ਓਟ ਤੱਕੀ ਹੈ, ਸਾਨੂੰ ਹੱਥ ਦੇ ਕੇ ਬਚਾ ਲਓ। ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਅਰਦਾਸ ਕਰਿਆ ਕਰੋ ਭਾਈ। ਅੱਗੇ ਉਹੀ ਰਹਾਉ ਦੀ ਪੰਕਤੀ ਹੈ ਜਿਹਦੇ ਚ ਜ਼ਿਕਰ ਕਰਦੇ ਨੇ, ਅਨਿਕ ਜਨਮ ਭ੍ਰਮ ਥਿਤ ਨਹੀਂ ਪਾਈ, ਕਰੋ ਸੇਵਾ ਗੁਰ ਲਾਗੋ ਚਰਨ, ਗੋਵਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ। ਅਨਕ ਜਨਮ ਭ੍ਰਮ ਥਿਤ ਨਹੀਂ ਪਾਈ, ਅਨੇਕਾਂ ਜਨਮ ਭਰਮਦਿਆਂ ਬੀਤ ਗਏ ਨੇ, ਟਿਕਾਣਾ ਨਹੀਂ ਪਾਇਆ। ਕਰੋ ਸੇਵਾ ਗੁਰ ਲਾਗੋਂ ਚਰਨ, ਅਸੀਂ ਸੇਵਾ ਕਰੀਏ, ਗੁਰੂ ਦੇ ਚਰਨੀ ਲੱਗੀਏ ਔਰ ਗੁਰੂ ਦੇ ਅੱਗੇ ਅਰਦਾਸ ਕਰੀਏ, ਹੇ ਸਤਿਗੁਰੂ ਜੀ, ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ, ਸਾਨੂੰ ਵਾਹਿਗੁਰੂ ਦਾ ਘਰ ਦਾ ਰਾਹ ਦੱਸ ਦਿਓ ਪਾਤਸ਼ਾਹ ਜੀ। ਸਤਿਗੁਰੂ ਜੀ, ਜਿਹੜਾ ਵਾਹਿਗੁਰੂ ਦੇ ਘਰ ਰਾਹ ਜਾਂਦਾ ਨਾ, ਉਹ ਰਸਤਾ ਸਾਨੂੰ ਦੱਸ ਦਿਓ। ਰਹਾਉ ਅਨਿਕ ਉਪਾਵ ਕਰੋ, ਮਾਇਆ ਕੋ ਬਚਿਤ ਧਰੋ, ਮੇਰੀ ਮੇਰੀ ਕਰਤ ਸਦ ਹੀ ਵਿਹਾਵੈ। ਹੁਣ ਸਾਡੀ ਹਾਲਤ ਬਿਆਨ ਕਰਦੇ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਸਾਡੀ ਹਾਲਤ ਕੀ ਹੈ ਸੰਸਾਰ ਦੇ ਅੰਦਰ? ਅਨੇਕ ਉਪਾਵ ਕਰੋ, ਅਸੀਂ ਅਨੇਕਾਂ ਉਪਾਅ ਕਰ ਰਹੇ ਹਾਂ। ਕਾਹਦੇ ਵਾਸਤੇ? ਵਧੀਆ ਜ਼ਿੰਦਗੀ ਜਿਉਣ ਵਾਸਤੇ ਅਨੇਕਾਂ ਉਪਾਅ ਕਰ ਰਹੇ ਹਾਂ। ਕੋਈ ਕਿਤੇ ਭੱਜਦਾ ਹੈ, ਕੋਈ ਕਿਤੇ ਭੱਜਦਾ ਹੈ, ਕੋਈ ਕੁਝ ਕਰ ਰਿਹਾ ਹੈ, ਕੋਈ ਕੁਝ ਕਰ ਰਿਹਾ ਹੈ, ਕੋਈ ਕੁਝ ਕਰ ਰਿਹਾ। ਕਾਹਦੇ ਵਾਸਤੇ ਕਰ ਰਹੇ ਹਾਂ ਗੁਰੂ ਪਿਆਰਿਓ? ਸੌਖੀ ਜ਼ਿੰਦਗੀ ਜਿਉਣ ਵਾਸਤੇ, ਵੀ ਜ਼ਿੰਦਗੀ ਸੌਖੀ ਹੋ ਜੇ, ਜ਼ਿੰਦਗੀ ਸੌਖੀ ਹੋ ਜੇ, ਜ਼ਿੰਦਗੀ ਸੌਖੀ ਹੋ ਜੇ। ਜ਼ਿੰਦਗੀ ਸੌਖੀ ਫਿਰ ਵੀ ਨਹੀਂ ਹੁੰਦੀ। ਕਹਿੰਦੇ ਅਨੇਕ ਉਪਾਵ ਕਰੋ, ਮਾਇਆ ਕੋ ਵਿਚਿਤ ਧਰੋ, ਸਾਡਾ ਚਿੱਤ ਜਿਹੜਾ ਹੈ ਉਹ ਮਾਇਆ ਦੇ ਵਿੱਚ ਧਰਿਆ ਹੋਇਆ ਹੈ। ਮਾਇਆ ਕੀ ਹੈ ਗੁਰੂ ਪਿਆਰਿਓ? ਕੱਲਾ ਰੁਪਈਆ ਪੈਸਾ ਮਾਇਆ ਨਹੀਂ ਹੈ, ਆ ਸਰੀਰ ਵੀ ਮਾਇਆ ਹੈ, ਆ ਪੁੱਤ ਧੀ ਵੀ ਮਾਇਆ ਨੇ, ਆ ਕਾਰੋਬਾਰ ਵੀ ਮਾਇਆ ਹੈ। ਅਸੀਂ ਇਹਦੇ ਵਿੱਚ ਚਿੱਤ ਧਰਿਆ ਹੋਇਆ ਹੈ। ਤੇ ਇੱਕ ਕੰਮ ਅਸੀਂ ਹੋਰ ਕਰ ਰਹੇ ਹਾਂ। ਉਹ ਕੀ ਕਰ ਰਹੇ ਹਾਂ? ਕਹਿੰਦੇ ਮੇਰੀ ਮੇਰੀ ਕਰਤ ਸਦ ਹੀ ਬਿਹਾਵੈ। ਕਹਿੰਦੇ ਮੇਰੀ ਮੇਰੀ ਕਰਦਿਆਂ ਸਦਾ ਹੀ ਜ਼ਿੰਦਗੀ ਬੀਤ ਰਹੀ ਹੈ। ਮੇਰੀ ਮੇਰੀ, ਮੈਂ ਕਰਤਾ, ਮੈਂ ਕਰਵਾਤਾ, ਮੈਂ ਕਰ ਦੂੰਗਾ, ਮੈਂ ਕਰ ਦੂੰਗਾ। ਭਲਾ ਸਾਰੇ ਚਾਹੁੰਦੇ ਆ ਕਿ ਭਲਾ ਹੋਵੇ, ਲੇਕਿਨ ਕਹਿੰਦੇ ਮੇਰੇ ਰਾਹੀਂ ਹੋਵੇ, ਮੇਰੀ ਸ਼ੋਭਾ ਹੋਵੇ, ਮੇਰੀ ਸ਼ੋਭਾ ਹੋਵੇ, ਮੇਰੀ ਰਾਹੀਂ ਹੋਵੇ ਭਲਾ। ਮੈਂ ਕਰਾਂ ਜਿਹੜਾ ਕੁਝ ਕਰਨਾ, ਦੂਜਾ ਕੋਈ ਕਰਦਾ ਮੈਨੂੰ ਫਿਰ ਮਨਜ਼ੂਰ ਨਹੀਂ ਹੈ। ਇਹ ਸਾਡੀ ਹਾਲਤ ਹੈ। ਕਹਿੰਦੇ ਮੇਰੀ ਮੇਰੀ ਕਰਤ ਸਦ ਹੀ ਬਿਹਾਵੈ, ਮੇਰੀ ਮੇਰੀ ਕਰਦਿਆਂ ਸਾਡੀ ਸਦਾ ਹੀ ਜ਼ਿੰਦਗੀ ਬੀਤ ਰਹੀ ਹੈ। ਕੋਈ ਐਸੋ ਰੇ ਭੇਟੈ ਸੰਤ, ਮੇਰੀ ਲਾਹੈ ਸਗਲ ਚਿੰਤ, ਠਾਕੁਰ ਸਿਉ ਮੇਰਾ ਰੰਗ ਲਾਵੈ। ਕੋਈ ਐਸੋ ਰੇ ਭੇਟੈ ਸੰਤ, ਕੋਈ ਇਹੋ ਜਿਹਾ ਕਹਿੰਦੇ ਸੰਤ ਮਿਲ ਜੇ, ਕੋਈ ਐਸੋ ਰੇ ਭੇਟੈ ਸੰਤ, ਕੋਈ ਅਜਿਹਾ ਐਸੋ ਰੇ, ਐਸੋ ਦਾ ਮਤਲਬ ਹੈ ਅਜਿਹਾ, ਕੋਈ ਅਜਿਹਾ ਸੰਤ ਮਿਲ ਜਾਏ। ਸਗਲ ਕਹਿੰਦੇ ਲਾਹੈ ਸਗਲ ਚਿੰਤ, ਜਿਹੜਾ ਮੇਰੀ ਸਾਰੀ ਚਿੰਤਾ ਲਾ ਦੇ, ਸਾਰਾ ਫਿਕਰ ਲਾ ਦੇ, ਔਰ ਠਾਕੁਰ ਸਿਉ ਮੇਰਾ ਰੰਗ ਲਾਵੇ, ਔਰ ਮੇਰਾ ਮਾਲਕ ਦੇ ਨਾਲ ਪਿਆਰ ਲਾ ਦੇ। ਠਾਕੁਰ ਦਾ ਇੱਥੇ ਮਤਲਬ ਹੈ ਮਾਲਕ, ਸਿਉ ਦਾ ਮਤਲਬ ਹੈ ਨਾਲ। ਠਾਕੁਰ ਸਿਉ ਮੇਰਾ ਰੰਗ ਲਾਵੇ, ਮੇਰਾ ਰੰਗ ਲਾ ਦੇ। ਰੰਗ ਦਾ ਇੱਥੇ ਕੀ ਅਰਥ ਹੈ ਗੁਰੂ ਪਿਆਰਿਓ? ਇੱਥੇ ਰੰਗ ਦਾ ਅਰਥ ਹੈ ਪ੍ਰੀਤ। ਕੋਈ ਮੇਰੇ ਮਨ 'ਚ ਪ੍ਰੀਤ ਪੈਦਾ ਕਰਦੇ ਵਾਹਿਗੁਰੂ ਦੀ, ਕੋਈ ਐਸਾ ਸੰਤ, ਕੋਈ ਐਸਾ ਸਾਧੂ ਕੋਈ ਮੈਨੂੰ ਮਿਲ ਜਾਵੇ ਜਿਹੜਾ ਮੇਰੀ ਸਾਰੀ ਚਿੰਤਾ ਲਾ ਦੇ, ਸਾਰਾ ਫਿਕਰ ਲਾ ਦੇ। ਹੁਣ ਕਿਹੜਾ ਸਾਧੂ ਹੈ ਗੁਰੂ ਪਿਆਰਿਓ? ਕੋਈ ਹੈ ਅੱਜ ਦੇ ਸਮੇਂ ਦੇ ਵਿੱਚ ਐਸਾ ਸਾਧੂ?
ਜਿਹੜਾ ਗੁਰੂ ਪਿਆਰਿਓ ਚਿੰਤਾ ਦੂਰ ਕਰਦੇ ਸਾਰੀ, ਜਿਹੜਾ ਵਾਹਿਗੁਰੂ ਦੇ ਨਾਲ ਪਿਆਰ ਪੈਦਾ ਕਰਦੇ, ਇੱਕ ਸਾਧੂ ਹੈ ਗੁਰੂ ਪਿਆਰਿਓ। ਉਹ ਕੌਣ ਹੈ? ਉਹ ਹੈ ਗੁਰੂ, ਉਹ ਗੁਰੂ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਕੋਈ ਐਸੋ ਰੇ ਭੇਟੈ ਸੰਤ, ਮੇਰੀ ਲਾਹੈ ਸਗਲ ਚਿੰਤ, ਠਾਕੁਰ ਸਿਉ ਮੇਰਾ ਰੰਗ ਲਾਵੈ। ਮੇਰਾ ਕਹਿੰਦੇ ਮਾਲਕ ਦੇ ਨਾਲ ਪਿਆਰ ਪਾ ਦੇ, ਮੇਰਾ ਮਾਲਕ ਦੇ ਨਾਲ ਪ੍ਰੀਤ ਬਣਿਆ ਦੇ। ਕੋਈ ਐਸਾ ਸਾਧੂ, ਕੋਈ ਐਸਾ ਗੁਰੂ ਮੈਨੂੰ ਮਿਲੇ। ਇਹ ਪਾਤਸ਼ਾਹ ਜੀ ਦੱਸਦੇ ਨੇ, ਪੜੇ ਰੇ ਸਗਲ ਵੇਦ, ਨਹਿ ਚੂਕੈ ਮਨ ਭੇਦ, ਇਕ ਖਿਨ ਨਾ ਧੀਰਹਿ ਮੇਰੇ ਘਰ ਕੇ ਪੰਚਾ। ਮਹਾਰਾਜ ਕਹਿੰਦੇ ਪੜੇ ਰੇ ਸਗਲ ਵੇਦ, ਕਹਿੰਦੇ ਸਾਰੇ ਵੇਦ ਪੜੇ, ਸਾਰੇ ਵੇਦ ਪੜੇ। ਪੜੇ ਰੇ ਸਗਲ ਵੇਦ, ਸਗਲ ਦਾ ਅਰਥ ਹੈ ਸਾਰੇ। ਮੈਂ ਵੇਦ ਤਾਂ ਚਾਰ ਹੈ, ਚਾਰ ਵੇਦ ਹੈ, ਪਰ ਮਹਾਰਾਜ ਜੀ ਕਹਿੰਦੇ ਸਗਲ ਸਾਰੇ ਹੀ, ਮਤਲਬ ਚਾਰੇ ਹੀ, ਸਾਰੇ ਹੀ ਵੇਦ ਪੜੇ ਆ। ਫਿਰ ਮਹਾਰਾਜ ਕਹਿੰਦੇ ਪੜ੍ਹੈ ਰੇ ਸਗਲ ਵੇਦ, ਨਹਿ ਚੁੱਕੈ ਮਨ ਭੇਦ, ਪਰ ਮਨ ਚੋਂ ਭੇਦ ਨਹੀਂ ਗਿਆ, ਮਨ ਚੋਂ ਫਰਕ ਨਹੀਂ ਮੁੱਕੇ, ਫਰਕ ਨਹੀਂ ਮੁੱਕੇ। ਪੜ੍ਹ ਬਹੁਤ ਕੁਝ ਲਿਆ, ਸਾਰੇ ਵੇਦ ਪੜ੍ਹ ਲਏ, ਸ਼ਾਸਤਰ ਪੜ੍ਹ ਲਏ, ਸਿਮਰਤੀਆਂ ਪੜ੍ਹ ਲਈਆਂ, ਪੁਰਾਣ ਪੜ੍ਹ ਲਏ, ਕਿਤਾਬਾਂ ਪੜ੍ਹ ਲਈਆਂ, ਪੁਸਤਕਾਂ ਪੜ੍ਹ ਲਈਆਂ, ਯੂਨੀਵਰਸਿਟੀਆਂ ਦੇ ਵਿੱਚ ਵੱਡੇ ਵੱਡੇ ਜਿਹੜੇ ਹੈ ਉਹ ਗ੍ਰੰਥ ਪੜ੍ਹ ਮਾਰੇ, ਪਰ ਮਨ ਚੋਂ ਭੇਦ ਨਹੀਂ ਮੁੱਕਿਆ। ਕਹਿੰਦੇ ਨਾ ਚੁੱਕੈ ਮਨ ਭੇਦ, ਭੇਦ ਨਹੀਂ ਖਤਮ ਹੋਇਆ। ਭੇਦ ਦਾ ਇੱਥੇ ਅਰਥ ਕੀ ਹੈ ਗੁਰੂ ਪਿਆਰਿਓ? ਫਰਕ। ਮੈਂ ਵੱਡਾ, ਮੈਂ ਵਿਦਵਾਨ, ਉਹਨੂੰ ਕੀ ਆਉਂਦਾ, ਮੈਂ ਫਲਾਨਾ, ਮੈਂ ਢਮਕਾ। ਇਹ ਭੇਦ ਨਹੀਂ ਖਤਮ ਹੋਇਆ। ਕਹਿੰਦੇ ਇੱਕ ਖਿਨ ਨਾ ਧੀਰਾ ਹੈ ਮੇਰੇ ਘਰ ਕੇ ਪੰਚਾ। ਕਹਿੰਦੇ ਮੇਰੇ ਘਰ ਦੇ ਜਿਹੜੇ ਪੰਜ ਹੈ ਨਾ, ਉਹ ਕਹਿੰਦੇ ਇੱਕ ਖਿਨ ਵੀ ਧੀਰਜ ਨਹੀਂ ਧਾਰਦੇ, ਇੱਕ ਖਿਨ ਵੀ ਟਿਕ ਕੇ ਨਹੀਂ ਬੈਠਦੇ। ਕੌਣ ਗੁਰੂ ਪਿਆਰਿਓ? ਪੰਜ, ਪੰਜ ਗਿਆਨ ਇੰਦਰੇ। ਪੰਜ ਗਿਆਨ ਇੰਦਰੇ ਜਿਹੜੇ ਨੇ, ਕਹਿੰਦੇ ਇੱਕ ਖਿਨ ਵੀ, ਇੱਕ ਭੋਰਾ ਜਿੰਨਾ ਸਮਾਂ ਵੀ ਟਿਕ ਕੇ ਨਹੀਂ ਸ਼ਾਂਤ ਬੈਠਦੇ। ਨਾ ਅੱਖਾਂ, ਕੰਨ, ਨੱਕ, ਜੀਭ, ਤੁਚਾ ਆਦਿਕ, ਕਹਿੰਦੇ ਸ਼ਾਂਤ ਹੀ ਨਹੀਂ ਹੁੰਦੇ। ਅੱਖਾਂ ਦੇਖ ਕੇ ਨਹੀਂ ਰੱਜਦੀਆਂ, ਕੰਨ ਸੁਣ ਕੇ ਨਹੀਂ ਰੱਜਦੇ, ਜੀਭ ਖਾ ਕੇ ਨਹੀਂ ਰੱਜਦੀ ਹੈ, ਇਹ ਰੱਜਦੇ ਹੀ ਨਹੀਂ ਹੈ। ਕਹਿੰਦੇ ਮਨ ਚੋਂ ਭੇਦ ਹੀ ਨਹੀਂ ਖਤਮ ਹੁੰਦੇ। ਸਾਰੇ ਗ੍ਰੰਥ ਪੜ੍ਹ ਲਏ ਧਾਰਮਿਕ, ਸਭ ਕੁਝ ਪੜ੍ਹ ਲਿਆ, ਪਰ ਕਹਿੰਦੇ ਇਹ ਚੀਜ਼ ਨਹੀਂ ਜਾ ਰਹੀ। ਅੱਗੇ ਦੱਸਦੇ ਨੇ, ਕੋਈ ਐਸੋ ਰੇ ਭਗਤ, ਜੋ ਮਾਇਆ ਤੇ ਰਹਿਤ, ਇਕ ਅੰਮ੍ਰਿਤ ਨਾਮ ਮੇਰਾ ਹਿਰਦੈ ਸਿੰਚਾ। ਕੋਈ ਐਸੋ ਰੇ ਭਗਤ, ਕੋਈ ਇਹੋ ਜਿਹਾ ਭਗਤ ਹੈ ਜੋ ਮਾਇਆ ਤੇ ਰਹਿਤ, ਜਿਹੜਾ ਮਾਇਆ ਤੋਂ ਰਹਿਤ ਹੈ, ਮਾਇਆ ਤੋਂ ਨਿਰਲੇਪ ਹੈ। ਇੱਕ ਅੰਮ੍ਰਿਤ ਨਾਮ ਮੇਰਾ ਹਿਰਦੈ ਸਿੰਚਾ, ਜਿਹੜਾ ਮੇਰੇ ਹਿਰਦੇ ਦੇ ਵਿੱਚ ਨਾਮ ਅੰਮ੍ਰਿਤ ਸਿੰਚ ਦੇਵੇ, ਜਿਹੜਾ ਮੇਰੇ ਹਿਰਦੇ ਦੇ ਵਿੱਚ ਨਾਮ ਅੰਮ੍ਰਿਤ ਸਿੰਚ ਦੇਵੇ। ਕੋਈ ਐਸਾ ਭਗਤ ਹੈ ਜਿਹੜਾ ਆਪ ਮਾਇਆ ਤੋਂ ਰਹਿਤ ਹੋਵੇ। ਹੁਣ ਨਜ਼ਰ ਦੌੜਾਈਏ ਗੁਰੂ ਪਿਆਰਿਓ, ਕਿਹੜਾ ਭਗਤ ਹੈ? ਅੱਜ ਦਿਸਦਾ ਨਹੀਂ ਕੋਈ। ਪਹਿਲਾਂ ਹੁੰਦੇ ਸੀ ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਸਧਨਾ ਜੀ, ਭਗਤ ਸੈਣ ਜੀ। ਅੱਜ ਕਿਹੜਾ ਭਗਤ ਹੈ? ਮਹਾਰਾਜ ਕਹਿ ਰਹੇ ਨੇ, ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿਤ, ਇੱਕ ਅੰਮ੍ਰਿਤ ਨਾਮ ਮੇਰਾ ਹਿਰਦੈ ਸਿੰਚਾ, ਜਿਹੜਾ ਅੰਮ੍ਰਿਤ ਨਾਮ ਮੇਰੇ ਹਿਰਦੇ ਦੇ ਵਿੱਚ ਸਿੰਜ ਦੇਵੇ, ਅੰਮ੍ਰਿਤ ਨਾਮ ਦੇ ਨਾਲ ਮੇਰੇ ਹਿਰਦੇ 'ਚ ਸੰਚਾਈ ਕਰ ਦੇ। ਕੋਈ ਇਹੋ ਜਿਹਾ ਭਗਤ ਕਿਹੜਾ ਗੁਰੂ ਪਿਆਰਿਓ? ਸਾਨੂੰ ਫਿਕਰ ਕਰਨ ਦੀ ਲੋੜ ਨਹੀਂ ਗੁਰੂ ਪਿਆਰਿਓ, ਸਾਡੇ ਕੋਲੇ ਸਾਡਾ ਗੁਰੂ ਹੈ ਜਿਹੜਾ ਮਾਇਆ ਤੋਂ ਰਹਿਤ ਹੈ। ਹੋਰ ਕੋਈ ਹੋਵੇ ਨਾ ਹੋਵੇ, ਲੇਕਿਨ ਗੁਰੂ ਮਾਇਆ ਤੋਂ ਰਹਿਤ ਹੈ, ਤੇ ਗੁਰੂ ਨਾਮ ਅੰਮ੍ਰਿਤ ਸਿੰਚ ਵੀ ਸਕਦਾ ਹੈ ਔਰ ਸਿੰਚਦਾ ਵੀ ਹੈ। ਇਹ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ, ਜੇ ਤੇਰੇ ਤੀਰਥ ਨਾਏ, ਆਹੂੰ ਬੁੱਧ ਮੈਲ ਲਾਏ, ਘਰ ਕੋ ਠਾਕੁਰ ਇੱਕ ਤਿਲ ਨਾ ਮਾਨੈ। ਦੇਖੋ ਗੁਰੂ ਪਿਆਰਿਓ, ਕਹਿੰਦੇ ਜੇ ਤੇਰੇ ਤੀਰਥ ਨਾਏ, ਕਹਿੰਦੇ ਜਿੰਨੇ ਤੀਰਥ ਨਾਤੇ, ਅਹੰ ਬੁੱਧ ਮੈਲ ਲਾਏ, ਕਹਿੰਦੇ ਉਹਨਾਂ ਤੀਰਥਾਂ ਦੇ ਉੱਤੇ ਸਗੋਂ ਕਹਿੰਦੇ ਹਉਮੈ ਦੀ ਮੈਲ ਜਿਹੜੀ ਹੈ, ਅਹੰਗ ਦੀ ਮੈਲ ਜਿਹੜੀ ਹੈ ਉਹ ਜ਼ਿਆਦਾ ਲੱਗ ਗਈ, ਜ਼ਿਆਦਾ ਲੱਗ ਜਾਂਦੀ। ਮੈਂ ਇੰਨੇ ਤੀਰਥ ਨਹਾਇਆ ਆ, ਮੈਂ ਇੰਨੇ ਤੀਰਥ ਨਹਾਇਆ ਆ, ਮੈਂ ਫਲਾਣੇ ਢੰਗ ਦੇ ਨਾਲ ਨਹਾ ਕੇ ਆਇਆ, ਮੈਂ ਤੁਰ ਕੇ ਗਿਆ ਸੀ, ਮੈਂ ਨੰਗੇ ਪੈਰੀ ਨਹਾ ਕੇ ਆਇਆ।
ਮੈਂ ਬੜਾ ਮਿਹਨਤ ਕਰਕੇ ਨਹਾ ਕੇ ਆਇਆ, ਤਰੱਦਦ ਕਰਕੇ ਨਹਾ ਕੇ ਆਇਆ। ਬਾਣੀ ਚਾਹੁੰਦਾ ਨਾ ਬਚਨ ਗੁਰ ਪਿਆਰਿਓ, ਤੀਰਥ ਨਹਾਉਂਦੇ ਆ, ਤੀਰਥ ਨਹਾਵਣ ਜਾਓ, ਤੀਰਥ ਨਹਾਉਂਦੇ ਆ ਤੇ ਹਉ ਕਰਦੇ ਮੁੜੇ ਆਉਂਦੇ। ਹਉਮੈ ਦੀ ਮੈਲ ਸਗੋਂ ਹੋਰ ਚੜ ਜਾਂਦੀ। ਮੈਂ ਨਹਾ ਕੇ ਆਇਆ, ਮੈਂ ਨਹਾ ਕੇ ਆਇਆ। ਸਤਿਗੁਰੂ ਜੀ ਕਹਿੰਦੇ ਜੇ ਤੇਰੇ ਤੀਰਥ ਨਹਾਏ, ਅਹੰ ਬੁੱਧ ਮੈਲ ਲਾਏ, ਘਰ ਕੋ ਠਾਕੁਰ ਇੱਕ ਤਿਲ ਨਾ ਮੰਨੈ। ਕਹਿੰਦੇ ਜਿਹੜਾ ਘਰ ਦੇ ਵਿੱਚ ਮਾਲਕ ਬੈਠਾ ਨਾ, ਹਿਰਦੇ ਘਰ ਦੇ ਵਿੱਚ ਜਿਹੜਾ ਮਾਲਕ ਬੈਠਾ ਹੈ, ਉਹ ਕਹਿੰਦੇ ਭੋਰਾ ਜਿੰਨਾ ਵੀ ਸਾਡਾ ਮੰਨਦਾ ਨਹੀਂ ਹੈ। ਉਹ ਇਸ ਗੱਲ ਨੂੰ ਨਹੀਂ ਪ੍ਰਵਾਨ ਕਰਦਾ ਵੀ ਤੁਸੀਂ ਤੀਰਥਾਂ ਤੇ ਨਹਾ ਆਏ ਹੋ ਤੇ ਹੁਣ ਤੁਹਾਨੂੰ ਮੁਕਤੀ ਮਿਲ ਜੇਗੀ। ਕਹਿੰਦੇ ਉਹ ਇਸ ਗੱਲ ਨੂੰ ਮੰਨਦਾ ਨਹੀਂ ਹੈ। ਇੱਕ ਘਰ ਕੋ ਠਾਕੁਰ, ਕਹਿੰਦੇ ਇੱਕ ਤਿਲ ਨਾ ਮੰਨੈ। ਤਿਲ ਦਾ ਮਤਲਬ ਕੀ ਹੁੰਦਾ ਗੁਰ ਪਿਆਰਿਓ? ਤਿਲ ਦਾ ਮਤਲਬ ਹੈ ਭੋਰਾ ਜਿੰਨਾ। ਆਪਾਂ ਕਹਿੰਦੇ ਫਲਾਨੀ ਜਗ੍ਹਾ ਬੜਾ ਇਕੱਠ ਸੀ, ਉੱਥੇ ਤਾਂ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਸੀ। ਤੇ ਤਿਲ ਦਾ ਮਤਲਬ ਕੀ ਹੋ ਗਿਆ? ਵੀ ਭੋਰਾ ਜਿੰਨਾ ਜਗ੍ਹਾ ਨਹੀਂ ਸੀ, ਥੋੜੀ ਜਿਹੀ ਵੀ ਜਗ੍ਹਾ ਨਹੀਂ ਸੀ। ਤੇ ਇੱਥੇ ਸਤਿਗੁਰੂ ਜੀ ਕਹਿੰਦੇ ਜੇ ਤੇਰੇ ਤੀਰਥ ਨਹਾਏ, ਅਹੰ ਬੁੱਧ ਮੈਲ ਲਾਏ। ਹੰਕਾਰ ਦੀ ਮੈਲ ਜਿਹੜੀ ਹੈ ਉਹ ਲੱਗ ਗਈ ਹੈ। ਤੇ ਜਦੋਂ ਹੰਕਾਰ ਦੀ ਮੈਲ ਲੱਗ ਗਈ ਹੈ, ਕਹਿੰਦੇ ਘਰ ਕੋ ਠਾਕੁਰ, ਜਿਹੜਾ ਸਾਡਾ ਘਰੇ ਮਾਲਕ ਬੈਠਾ ਹੈ, ਹਿਰਦੇ ਦੇ ਵਿੱਚ ਮਾਲਕ ਬੈਠਾ ਹੈ, ਕਹਿੰਦੇ ਇੱਕ ਤਿਲ ਨਾ ਮੰਨ। ਉਹ ਕਹਿੰਦੇ ਸਾਡੇ ਇਸ ਕਰਮ ਨੂੰ ਭੋਰਾ ਵੀ ਨਹੀਂ ਮੰਨਦਾ, ਇਹ ਨਹੀਂ ਪ੍ਰਵਾਨ ਹੈਗਾ। ਉਹ ਮਾਲਕ ਇਉਂ ਕਹਿ ਦਿੰਦਾ ਹੈ। ਇਹ ਪਾਤਸ਼ਾਹ ਦੱਸਦੇ ਨੇ, ਕਦ ਪਾਵੋ ਸਾਧ ਸੰਗ, ਹਰ ਹਰ ਸਦਾ ਆਨੰਦ, ਗਿਆਨ ਅੰਜਨ ਮੇਰਾ ਮਨ ਇਸਨਾਨੈ। ਕਹਿੰਦੇ ਕਦ ਪਾਵੋ ਸਾਧ ਸੰਗ। ਹੁਣ ਤਾਂ ਮਨ 'ਚ ਇਹੋ ਹੀ ਆਸ ਹੈ ਕਿ ਕਦੋਂ ਸਾਧ ਸੰਗਤ ਪ੍ਰਾਪਤ ਹੋਵੇ। ਕਦ ਪਾਵੋ ਸਾਧ ਸੰਗ, ਹਰ ਹਰ ਸਦਾ ਆਨੰਦ, ਗਿਆਨ ਅੰਜਨ ਮੇਰਾ ਮਨ ਇਸਨਾਨਾ। ਕਹਿੰਦੇ ਹੁਣ ਤਾਂ ਇਹੋ ਹੀ ਚਾਹ ਹੈ ਵੀ ਕਦੋਂ ਸਾਧ ਸੰਗਤ ਪ੍ਰਾਪਤ ਹੋਵੇ ਤੇ ਕਦੋਂ ਕਹਿੰਦੇ ਵਾਹਿਗੁਰੂ ਦੀ ਭਗਤੀ ਦਾ, ਵਾਹਿਗੁਰੂ ਦੇ ਨਾਮ ਦਾ ਆਨੰਦ ਆਵੇ। ਤੇ ਨਾਲ ਹੀ ਬਚਨ ਕਰਦੇ ਨੇ, ਗਿਆਨ ਅੰਜਨ ਮੇਰਾ ਮਨ ਇਸਨਾਨਾ। ਤੇ ਸਾਡਾ ਜਿਹੜਾ ਮਨ ਹੈ ਇਹ ਗਿਆਨ ਦੇ ਸੁਰਮੇ 'ਚ ਕਦੋਂ ਇਸ਼ਨਾਨ ਕਰੇ, ਕਦੋਂ ਕਹਿੰਦੇ ਜਿਹੜਾ ਉਹ ਨਹਾਵੇ। ਇਹ ਕਹਿੰਦੇ ਸਾਨੂੰ ਹੁਣ ਇੱਛਾ ਹੈ, ਸਾਡਾ ਕਹਿੰਦੇ ਮਨ ਜਿਹੜਾ ਹੈ ਇਹ ਕਰਦਾ ਹੈ। ਸਗਲ ਅਸਰਮ ਕੀਨੇ, ਮਨੁਆ ਨੈ ਪਤੀਨੇ, ਬਵੇਕਹੀਨ ਦੇਹੀ ਧੋਏ। ਸਗਲ ਅਸਰਮ ਕੀਨੇ। ਅਸਰਮ ਦਾ ਮਤਲਬ ਹੈ ਆਸ਼ਰਮ। 4 ਆਸ਼ਰਮ ਹਿੰਦੂ ਮਤ ਦੇ ਵਿੱਚ ਮੰਨੇ ਜਾਂਦੇ ਆ ਗੁਰ ਪਿਆਰਿਓ। ਬ੍ਰਹਮਚਰਜ ਹੈ, ਗ੍ਰਸਤ ਹੈ, ਬਾਨਪ੍ਰਸਥ ਹੈ, ਸੰਨਿਆਸ ਹੈ। ਇਹ 4 ਆਸ਼ਰਮ ਜਿਹੜੇ ਹੈ ਇਹ ਹਿੰਦੂ ਧਰਮ ਦੇ ਵਿੱਚ ਮੰਨੇ ਜਾਂਦੇ ਆ। ਮਨੁੱਖ ਪੁਰਾਣੇ ਵੇਲਿਆਂ ਦੇ ਵਿੱਚ ਇਹਨਾਂ 4 ਆਸ਼ਰਮਾਂ ਦੀ ਮੰਨਤਾ ਜਿਹੜੀ ਹੈ ਉਹ ਕਰਿਆ ਕਰਦਾ ਸੀ। 25 ਸਾਲ ਤੱਕ ਉਹ ਵਿੱਦਿਆ ਪੜ੍ਹਦਾ, ਗਿਆਨ ਹਾਸਲ ਕਰਦਾ, ਫਿਰ 25 ਤੋਂ 50 ਸਾਲ ਤੱਕ ਗ੍ਰਸਤੀ ਦੇ ਫਰਜ਼ ਪੂਰੇ ਕਰਦਾ, ਫਿਰ ਗੁਰ ਪਿਆਰਿਓ ਬਾਨਪ੍ਰਸਥ, ਫਿਰ ਉਹ ਜਿਹੜਾ ਹੈ ਕੋਈ ਮਾੜਾ ਮੋਟਾ ਧਾਰਮਿਕ ਕਿਰਿਆ ਕਰਮ ਵਾਲੇ ਪਾਸੇ ਆਉਂਦਾ, ਤੇ ਫਿਰ ਚੌਥਾ ਸੰਨਿਆਸ, ਆਖਰ ਦੇ ਵਿੱਚ ਸੰਨਿਆਸ ਲੈ ਲੈਂਦਾ। ਮਹਾਰਾਜ ਕਹਿੰਦੇ ਸਗਲ ਆਸ਼ਰਮ ਕੀਨੇ। ਇਹ ਸਾਰੇ ਆਸ਼ਰਮ ਵੀ ਕਰਕੇ ਦੇਖੇ ਨੇ ਭਾਈ ਬੰਦਿਆਂ ਨੇ, ਲੋਕਾਂ ਨੇ। ਮਨੁਆ ਨਹਿ ਪਤੀਨੇ, ਲੇਕਿਨ ਮਨ ਨਹੀਂ ਪਤੀਜਦਾ, ਮਨ ਖੁਸ਼ ਨਹੀਂ ਹੁੰਦਾ, ਮਨ ਪਤੀਜਦਾ ਨਹੀਂ ਹੈ। ਬਵੇਕਹੀਨ ਦੇਹੀ ਧੋਏ। ਤੇ ਜਿਹੜੇ ਬਵੇਕਹੀਣੇ ਪੁਰਖ ਹੈ ਨਾ, ਕਹਿੰਦੇ ਉਹ ਸਰੀਰ ਨੂੰ ਪਵਿੱਤਰ ਕਰਕੇ ਨਾ ਤੇ ਆਪਣੇ ਆਪ ਨੂੰ ਪਵਿੱਤਰ ਸਮਝਣ ਦਾ ਯਤਨ ਕਰਦੇ। ਮਤਲਬ ਸਰੀਰ ਸਾਫ਼ ਹੈ, ਸਰੀਰ ਦੇ ਕੱਪੜੇ ਸਾਫ਼ ਹੈ, ਤੇ ਕਹਿੰਦੇ ਅਸੀਂ ਤਾਂ ਬਹੁਤ ਵਧੀਆ, ਚੰਗੇ ਕੱਪੜੇ ਪਾਏ ਹੈ, ਚੰਗੇ ਨਹਾਤੇ ਧੋਤੇ ਹੈ, ਚੰਗਾ ਲਿਸ਼ਕਮਾ ਪੁਸ਼ਕਮਾ ਸਰੀਰ ਹੈ, ਕਹਿੰਦੇ ਹੁਣ ਅਸੀਂ ਭਾਈ ਬਹੁਤ ਵਧੀਆ ਸੱਭਿਅਕ ਲੋਕ ਹੈ ਅਸੀਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜਿਹੜੇ ਵਿਵੇਕਹੀਣੇ ਪੁਰਖ ਹੈ ਨਾ, ਉਹ ਕੱਲਾ ਕਹਿੰਦੇ ਸਰੀਰ ਨੂੰ ਧੋਣਾ ਹੀ ਕਹਿੰਦੇ ਜਿਹੜਾ ਹੈ ਉਹ ਸਮਝਦੇ ਵੀ ਚੰਗਾ। ਅਸੀਂ ਧਾਰਮਿਕ ਹੋ ਗਏ, ਅਸੀਂ ਸੱਭਿਅਕ ਜੀਵ ਹੋ ਗਏ, ਅਸੀਂ ਸ੍ਰਿਸ਼ਟਾਚਾਰੀ ਜੀਵ ਹੋ ਗਏ ਵੀ ਕੱਲਾ ਆਪਣੇ ਆਪ ਨੂੰ ਸਵਾਰਿਆ। ਪਰ ਜੇ ਵਿਵੇਕ ਨਹੀਂ ਨਾ ਹੈ ਗੁਰ ਪਿਆਰਿਓ, ਜਿੰਨੇ ਮਰਜ਼ੀ ਕੋਈ ਵਧੀਆ ਕੱਪੜੇ ਪਾ ਲੇ, ਲਿਸ਼ਕ ਲੇ, ਪੁਸ਼ਕ ਲੇ, ਮਹਿੰਗੇ ਤੋਂ ਮਹਿੰਗੇ ਕੱਪੜੇ ਪਾ ਲੇ, ਕਹਿੰਦੇ ਉਹ ਭਾਈ ਸਾਫ਼ ਨਹੀਂ ਹੈ ਜੇ ਵਿਵੇਕ ਨਹੀਂ ਆਂਦਾ। ਅੱਜ ਦੇਖਦੇ ਹਾਂ ਅਸੀਂ ਵਿਵੇਕਹੀਣੇ ਪੁਰਖ ਹੈ, ਨਾ ਗੁਰ ਪਿਆਰਿਓ ਵਿਵੇਕ ਹੈ, ਨਾ ਸਮਝ ਹੈ, ਨਾ ਗਿਆਨ ਹੈ, ਲੇਕਿਨ ਵਧੀਆ ਵਧੀਆ ਮਹਿੰਗੇ ਮਹਿੰਗੇ ਕੱਪੜੇ ਪਾ ਕੇ ਤੇ ਉਹ ਸਮਝਦੇ ਆ ਵੀ ਅਸੀਂ ਹੁਣ ਸੰਸਾਰ ਦੇ ਸਭ ਤੋਂ ਸੱਭਿਅਕ ਲੋਕ ਹੋ ਗਏ ਹਾਂ। ਬਾਕੀਆਂ ਨੂੰ ਤਾਂ ਕੋਈ ਅਕਲ ਹੀ ਨਹੀਂ ਹੈ, ਬਾਕੀਆਂ ਨੂੰ ਤਾਂ ਕੋਈ ਅਕਲ ਹੀ ਨਹੀਂ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਕਹਿੰਦੇ ਵਿਵੇਕਹੀਨ ਦੇਹੀ ਧੋਏ। ਆ ਵਿਵੇਕਹੀਨ ਲੋਕ ਹੁੰਦੇ ਆ ਜਿਹੜੇ ਇਕੱਲੇ ਦੇਹੀ ਨੂੰ ਧੋ ਕੇ, ਦੇਹੀ ਨੂੰ ਵਧੀਆ ਬਣਾ ਕੇ ਕਹਿੰਦੇ ਅਸੀਂ ਪਵਿੱਤਰ ਹੋ ਗਏ। ਕੋਈ ਪਾਈਐ ਰੇ ਪੁਰਖ ਵਿਦਾਤਾ, ਪਾਰ ਬ੍ਰਹਮ ਕੈ ਰੰਗ ਰਾਤਾ,
ਮੇਰੇ ਮਨ ਕੀ ਦੁਰਮਤ ਮਲ ਖੋਏ। ਕੋਈ ਪਾਈਐ ਰੇ ਪੁਰਖ ਵਿਧਾਤਾ, ਕੋਈ ਪ੍ਰਾਪਤ ਹੋਵੇ ਸਾਨੂੰ ਸ੍ਰਿਸ਼ਟੀ ਦਾ ਵਿਧਾਤਾ ਪੁਰਖ ਵਾਹਿਗੁਰੂ। ਪਾਰ ਬ੍ਰਹਮ ਕੈ ਰੰਗ ਰਾਤਾ, ਕੋਈ ਪਰਮੇਸ਼ਵਰ ਦੇ ਰੰਗ ਦੇ ਵਿੱਚ ਰਤਿਆ ਕੋਈ ਪ੍ਰਾਪਤ ਹੋ ਜਾਵੇ। ਮਨ ਕੀ ਦੁਰਮਤ ਮਲ ਖੋਏ, ਕੋਈ ਐਸਾ ਸਾਨੂੰ ਪ੍ਰਾਪਤ ਹੋਵੇ ਜਿਹੜਾ ਸਾਡੇ ਮਨ ਦੀ ਭੈੜੀ ਮਤ ਨੂੰ ਮੈਲ ਨੂੰ ਦੂਰ ਕਰ ਦੇਵੇ, ਗਵਾ ਦੇਵੇ। ਕਰਮ ਧਰਮ ਜੁਗਤਾ ਨਿਮਖ ਨਾ ਹੇਤ ਕਰਤਾ, ਗਰਭ ਗਰਭ ਪੜੈ ਕਹੀ ਨਾ ਲਿਖੈ। ਕਰਮ ਧਰਮ ਜੁਗਤਾ, ਆ ਫੋਕਟ ਕਰਮਾਂ ਧਰਮਾਂ ਦੀ ਜੁਗਤ ਕਰੀ ਜਾਂਦਾ ਹੈ। ਨਿਮਖ ਨਾ ਹੇਤ ਕਰਤਾ, ਪ੍ਰਮਾਤਮਾ ਦੇ ਨਾਲ ਵਾਹਿਗੁਰੂ ਦੇ ਨਾਲ ਭੋਰਾ ਵੀ ਪਿਆਰ ਨਹੀਂ ਕਰਦਾ। ਤੇ ਪਾਤਸ਼ਾਹ ਜੀ ਕਹਿੰਦੇ ਨੇ, ਕਹਿੰਦੇ ਗਰਭ ਗਰਭ ਪੜੈ ਕਹੀ ਨਾ ਲਿਖੈ। ਹੰਕਾਰ ਦੇ ਵਿੱਚ ਪੈ ਰਿਹਾ, ਹੰਕਾਰੀ ਹੋ ਕੇ ਤੁਰਿਆ ਫਿਰਦਾ, ਮੈਂ ਵੱਡਾ, ਮੇਰਾ ਖਿਆਲ ਵੱਡਾ, ਮੇਰਾ ਵਿਚਾਰ ਵੱਡਾ। ਕਹਿੰਦੇ ਇਹ ਕਿਤੇ ਲੇਖੇ ਨਹੀਂ ਪੈਣ ਵਾਲਾ ਭਾਈ, ਕਿਸੇ ਹਿਸਾਬ ਕਿਤਾਬ 'ਚ ਨਹੀਂ ਆਉਣ ਵਾਲਾ। ਜਿਸ ਭੇਟੀਐ ਸਫਲ ਮੂਰਤ, ਕਰੈ ਸਦਾ ਕੀਰਤ, ਗੁਰ ਪ੍ਰਸਾਦ ਕੋ ਨੇਤਰਹੁ ਪੇਖੈ। ਜਿਸ ਭੇਟੀਐ ਸਫਲ ਮੂਰਤ, ਜਿਹਨੂੰ ਕਹਿੰਦੇ ਮਿਲ ਜਾਂਦੀ ਹੈ ਉਹ ਹਸਤੀ ਜਿਹਦੀ ਮੂਰਤ ਸਾਰੇ ਫਲ ਦੇਣ ਵਾਲੀ ਹੈ, ਜਿਹਦਾ ਸਰੂਪ ਸਾਰੇ ਫਲ ਦੇਣ ਵਾਲਾ ਹੈ। ਕਹਿੰਦੇ ਜਿਸ ਭੇਟੀਐ ਸਫਲ ਮੂਰਤ, ਕਰੈ ਸਦਾ ਕੀਰਤ, ਉਹ ਕਹਿੰਦੇ ਹਮੇਸ਼ਾ ਹੀ ਫਿਰ ਪ੍ਰਮਾਤਮਾ ਦੀ ਕੀਰਤੀ ਕਰਦਾ ਹੈ। ਹੁਣ ਐਸੀ ਕਿਹੜੀ ਹਸਤੀ ਹੈ ਗੁਰੂ ਪਿਆਰਿਓ ਜਿਹੜੀ ਫਲ ਦਿੰਦੀ ਹੈ? ਉਹ ਗੁਰੂ ਦੀ ਹਸਤੀ ਹੈ। ਗੁਰੂ ਦੀ ਹਸਤੀ, ਕਹਿੰਦੇ ਗੁਰੂ ਮਿਲ ਜਾਏ, ਗੁਰੂ ਦੀ ਹਸਤੀ ਮਿਲ ਜਾਏ, ਕਹਿੰਦੇ ਸਦਾ ਹੀ ਕੀਰਤੀ ਕਰਦਾ ਹੈ ਇਨਸਾਨ। ਫਿਰ ਕਰੈ ਸਦਾ ਕੀਰਤ ਗੁਰ ਪ੍ਰਸਾਦ, ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਕਉ ਨੇਤਰਹੁ ਪੇਖੈ। ਫਿਰ ਗੁਰੂ ਦੀ ਕਿਰਪਾ ਦੇ ਨਾਲ ਕੋਈ ਵਾਹਿਗੁਰੂ ਨੂੰ ਆਪਣੇ ਨੇਤਰਾਂ ਦੇ ਨਾਲ ਦੇਖ ਲੈਂਦਾ ਹੈ। ਮਨ ਹਠ ਜੋ ਕਮਾਵੈ, ਤਿਲ ਨਾ ਲਿਖੈ ਪਾਵੈ, ਬਗੁਲ ਜਿਉ ਧਿਆਨ ਲਾਵੈ, ਮਾਇਆ ਰੇ ਧਾਰੀ। ਕਹਿੰਦੇ ਮਾਇਆ ਧਾਰੀ ਜਿਹੜੇ ਮਨੁੱਖ ਹੈ ਨਾ ਗੁਰੂ ਪਿਆਰਿਓ, ਸੰਸਾਰ ਦੇ ਵਿੱਚ ਉਲਝੇ ਹੋਏ ਮਨੁੱਖ, ਕਹਿੰਦੇ ਮਨ ਹਠ ਜੋ ਕਮਾਵੈ, ਇਹ ਮਨ ਦੇ ਹਠ ਦੇ ਨਾਲ ਕਮਾਉਂਦੇ ਨੇ, ਮਨ ਦੇ ਹਠ ਦੇ ਨਾਲ ਧਾਰਮਿਕ ਕਰਮ ਕਰਦੇ ਨੇ। ਕਹਿੰਦੇ ਤਿਲ ਨਾ ਲੇਖੈ ਪਾਵੈ, ਪਰ ਮਨ ਦੇ ਹਠ ਦੇ ਨਾਲ ਕੀਤੇ, ਮਨ ਦੀ ਜਿੱਦ ਦੇ ਨਾਲ ਕੀਤੇ ਕਰਮ ਜਿਹੜੇ ਹੈ ਇਹ ਤਿਲ ਮਾਤਰ ਵੀ ਲੇਖੇ ਨਹੀਂ ਪੈਂਦੇ। ਇਹੋ ਜਿਹੇ ਲੋਕ ਕਹਿੰਦੇ ਬਗਲ ਜਿਉਂ ਸਮਾ ਧਿਆਨ ਲਾਵੈ, ਇਹ ਬਗਲਿਆਂ ਵਾਂਗੂ ਸਮਾਧੀ ਲਾਉਂਦੇ ਐ। ਮਾਇਆ ਰੇ ਧਾਰੀ, ਇਹ ਮਾਇਆ ਧਾਰੀ ਹੁੰਦੇ ਆ। ਜਿਵੇਂ ਬਗਲਾ ਸਮਾਧੀ ਲਾਉਂਦਾ ਨਾ ਗੁਰ ਪਿਆਰਿਓ, ਅੱਖਾਂ ਮੀਚ ਲੈਂਦਾ, ਇੱਕ ਲੱਤ ਤੇ ਖੜੋਤਾ ਹੁੰਦਾ ਹੈ, ਦੇਖਣ ਵਾਲੇ ਨੂੰ ਇਉਂ ਲੱਗਦਾ ਭਗਤੀ ਕਰਦਾ, ਪਰ ਜਦੋਂ ਹੀ ਉਹਦੇ ਕੋਲ ਡੱਡੀ ਕੋਈ ਮੱਛੀ ਆ ਜਾਂਦੀ ਹੈ ਉਸੇ ਵੇਲੇ ਝਪਟ ਮਾਰ ਕੇ ਖਾ ਜਾਂਦਾ ਹੈ। ਇਹੋ ਹੀ ਕਹਿੰਦੇ ਹਾਲਤ ਅੱਜ ਲੋਕਾਂ ਦੀ ਹੋ ਰਹੀ ਹੈ। ਲੱਗਦੇ ਆ ਵੀ ਧਾਰਮਿਕ ਹੈ, ਪਰ ਧਾਰਮਿਕ ਕੋਈ ਨਹੀਂ ਹੈ ਗੁਰ ਪਿਆਰਿਓ। ਕਹਿੰਦੇ ਫਾਂਸ ਰਹੇ ਆ ਲੋਕਾਂ ਨੂੰ। ਪਾਤਸ਼ਾਹ ਜੀ ਕਹਿੰਦੇ ਮਨ ਹਟ ਜੋ ਕਮਾਵੈ, ਤਿਲ ਨਾ ਲੇਖੈ ਪਾਵੈ, ਬਗਲ ਜਿਉਂ ਧਿਆਨ ਲਾਵੈ, ਮਾਇਆ ਰੇ ਧਾਰੀ। ਮਾਇਆ ਧਾਰੀ ਲੋਕ ਬਗਲਿਆਂ ਵਾਂਗੂ ਸਮਾਧੀ ਲਾ ਕੇ ਕਹਿੰਦੇ ਮਨ ਦੇ ਹੱਠ ਦੇ ਮੁਤਾਬਕ ਕਰਮ ਕਰਦੇ ਹੈ, ਪਰ ਇਹਨਾਂ ਦੇ ਇਹ ਕਰਮ ਤਿਲ ਮਾਤਰ ਵੀ ਲੇਖੇ ਨਹੀਂ ਪੈਂਦੇ ਹੈ। ਕੋਈ ਐਸੋ ਰੇ ਸੁਖ ਹੈ ਦਾਈ, ਪ੍ਰਭ ਕੀ ਕਥਾ ਸੁਨਾਈ, ਤਿਸ ਭੇਟੇ ਗਤ ਹੋਏ ਹਮਾਰੀ। ਕੋਈ ਐਸੋ ਰੇ ਸੁਖਦਾਈ, ਕੋਈ ਇਹੋ ਜਿਹਾ ਸੁਖ ਦੇਣ ਵਾਲਾ ਹੋਵੇ। ਪ੍ਰਭ ਕੀ ਕਥਾ ਸੁਣਾਈ, ਜਿਹੜਾ ਸਾਨੂੰ ਵਾਹਿਗੁਰੂ ਦੀ ਕੋਈ ਘਰ ਦੀ ਗੱਲ ਸੁਣਾਵੇ, ਵਾਹਿਗੁਰੂ ਦੀ ਘਰ ਦੀ ਗੱਲ। ਦੇਖੋ ਗੁਰੂ ਪਿਆਰਿਓ, ਲੋਕਾਂ ਦੇ ਮਨਾਂ ਦੇ ਵਿੱਚ ਅੱਜ ਵੀ ਤੜਪ ਜਿਹੜੀ ਹੈ ਨਾ, ਉਹ ਵਾਹਿਗੁਰੂ ਦੇ ਘਰ ਦੀ ਗੱਲ ਸੁਣਨ ਦੀ ਹੈ। ਲੇਕਿਨ ਅੱਜ ਹੋ ਕੀ ਰਿਹਾ ਹੈ? ਗੁਰੂ ਦੀ ਵਡਿਆਈ ਦੀ ਜਗ੍ਹਾ, ਗੁਰੂ ਦੀ ਸਿਫਤ ਦੀ ਜਗ੍ਹਾ, ਵਾਹਿਗੁਰੂ ਦੇ ਘਰ ਦੀ ਗੱਲ ਦੀ ਜਗ੍ਹਾ ਹੋਰ ਗੱਲਾਂ ਹੀ ਸੁਣਾਈਆਂ ਜਾ ਰਹੀਆਂ। ਬੰਦਾ ਗੁਰਦੁਆਰੇ ਆਉਂਦਾ ਹੈ ਗੁਰੂ ਪਿਆਰਿਓ ਮਨ ਸ਼ਾਂਤ ਕਰਨ ਵਾਸਤੇ, ਵੀ ਗੁਰਦੁਆਰੇ ਜਾਂਦੇ ਆ, ਸੰਗਤ 'ਚ ਜਾਂਦੇ ਆ, ਇੱਥੇ ਮਨ ਸ਼ਾਂਤ ਹੋਊਗਾ। ਪਰ ਇੱਥੇ ਗੁਰੂ ਪਿਆਰਿਓ ਜੇ ਉਹ ਸੁਣਾਇਆ ਜਾਂਦਾ ਜਿਹੜਾ ਸੰਸਾਰ 'ਚ ਕੂੜ ਕਬਾੜ ਹੋਇਆ, ਤੇ ਸੰਸਾਰ ਦੇ ਕੂੜ ਕਬਾੜ ਦੇ ਨਾਲ ਤਾਂ ਮਨ ਅੱਗੇ ਦੁਖੀ ਹੈ। ਬੰਦਾ ਮਨ ਸ਼ਾਂਤ ਕਰਨ ਵਾਸਤੇ ਤਾਂ ਗੁਰਦੁਆਰੇ ਆਇਆ, ਤੇ ਜੇ ਇੱਥੇ ਆ ਕੇ ਵੀ ਉਹੀ ਗੱਲਾਂ ਦੱਸਣੀਆਂ, ਫਲਾਨਾ ਲੁੱਟ ਗਿਆ, ਫਲਾਨਾ ਖਾ ਗਿਆ, ਫਲਾਨਾ ਮਾੜਾ, ਫਲਾਨਾ ਚੰਗਾ, ਤੇ ਫਿਰ ਮਨ ਸ਼ਾਂਤ ਕਿੱਥੋਂ ਹੋਣਾ ਗੁਰੂ ਪਿਆਰਿਓ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਕੋਈ ਐਸੋ ਰੇ ਸੁਖ ਹਦਾਈ, ਕੋਈ ਇਹੋ ਜਿਹਾ ਸੁਖ ਦੇਣ ਵਾਲਾ ਪ੍ਰਭ ਕੀ ਕਥਾ ਸੁਣਾਈ, ਜਿਹਨੇ ਪ੍ਰਮਾਤਮਾ ਦੀ ਕਥਾ ਸੁਣਾਈ ਹੋਵੇ। ਤਿਸ ਭੇਟੈ ਗਤ ਹੋਏ ਹਮਾਰੀ, ਕਹਿੰਦੇ ਇਹੋ ਜਿਹੇ ਨੂੰ ਮਿਲਿਆ ਸਾਡੀ ਗਤੀ ਹੋਣੀ ਹੈ, ਇਹੋ ਜਿਹੇ ਨੂੰ ਸੁਣਿਆ ਸਾਡੀ ਮੁਕਤੀ ਹੋਣੀ ਹੈ। ਤੇ ਇਹੋ ਜਿਹਾ ਕੌਣ ਹੈ ਗੁਰੂ ਪਿਆਰਿਓ? ਇਹੋ ਜਿਹਾ ਗੁਰੂ ਹੈ। ਗੁਰੂ ਨੂੰ ਸੁਣੋ, ਗੁਰੂ ਦੀ ਸੁਣੋ, ਗੁਰੂ ਨੂੰ ਸੁਣੋ, ਬਸ ਗੁਰੂ ਪਿਆਰਿਓ ਇਹ ਪਾਤਸ਼ਾਹ ਜੀ ਸਮਝਾਉਂਦੇ ਨੇ। ਸੋ ਪ੍ਰਸੰਨ ਗੋਪਾਲ ਰਾਏ, ਕਾਟੈ ਰੇ ਬੰਧਨ ਮਾਏ, ਗੁਰ ਕੈ ਸ਼ਬਦ ਮੇਰਾ ਮਨ ਰਾਤਾ। ਜਦੋਂ ਗੁਰੂ ਪਿਆਰਿਓ ਮਨੁੱਖ ਗੁਰੂ ਨਾਲ ਜੁੜ ਜਾਂਦਾ ਹੈ ਨਾ, ਫਿਰ ਸੋ ਪ੍ਰਸੰਨ ਗੋਪਾਲ ਰਾਏ, ਪਰਮਾਤਮਾ ਸ੍ਰਿਸ਼ਟੀ ਨੂੰ ਪਾਲਣ ਵਾਲਾ ਪ੍ਰਸੰਨ ਹੋ ਜਾਂਦਾ ਹੈ।
ਕਾਟੈ ਰੇ ਬੰਧਨ ਮਾਏ, ਮਾਇਆ ਦੇ ਬੰਧਨ ਕੱਟ ਦਿੰਦਾ ਹੈ। ਗੁਰ ਕੈ ਸ਼ਬਦ ਮੇਰਾ ਮਨ ਰਾਤਾ, ਪਾਤਸ਼ਾਹ ਕਹਿੰਦੇ ਮੇਰਾ ਮਨ ਜਿਹੜਾ ਹੈ ਗੁਰੂ ਦੇ ਸ਼ਬਦ ਦੇ ਵਿੱਚ ਭਿੱਜਿਆ ਹੋਇਆ ਹੈ, ਗੁਰੂ ਦੇ ਸ਼ਬਦ ਦੇ ਵਿੱਚ ਪੂਰਨ ਤੌਰ ਦੇ ਉੱਤੇ ਪਰੋਇਆ ਹੋਇਆ, ਰਤਿਆ ਹੋਇਆ ਹੈ। ਸਦਾ ਸਦਾ ਆਨੰਦ ਭੇਟਿਓ ਨਿਰਭੈ ਗੋਬਿੰਦ, ਸੁਖ ਨਾਨਕ ਲਾਦੇ ਹਰ ਚਰਨ ਪਰਾਤਾ। ਸਦਾ ਸਦਾ ਆਨੰਦ ਭੇਟਿਓ ਨਿਰਭੈ ਗੋਬਿੰਦ, ਕਹਿੰਦੇ ਜਦੋਂ ਦਾ ਭੈ ਰਹਿਤ ਪਰਮਾਤਮਾ ਮਿਲਿਆ ਨਾ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਸੱਚੀ ਗੱਲ ਹੈ। ਕਹਿੰਦੇ ਹੁਣ ਹਮੇਸ਼ਾ ਹਮੇਸ਼ਾ ਆਨੰਦ ਬਣਿਆ ਹੋਇਆ ਹੈ। ਸਦਾ ਸਦਾ ਆਨੰਦ, ਸਦਾ ਹੀ ਸਦਾ, ਹਮੇਸ਼ਾ ਹਮੇਸ਼ਾ ਆਨੰਦ ਹੈ ਹੁਣ। ਪਰ ਕਦੋਂ ਤੋਂ? ਕਹਿੰਦੇ ਭੇਟਿਓ ਨਿਰਭੈ ਗੋਬਿੰਦ, ਜਦੋਂ ਭੈ ਰਹਿਤ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਵਾਹਿਗੁਰੂ ਮਿਲਿਆ। ਸੁਖ ਨਾਨਕ ਲਾਦੇ, ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਇਹਨਾਂ ਸਤਸੰਗੀਆਂ ਨੂੰ ਸਮਝਾਓ ਭਾਈ ਪੁਰਖੋ, ਹੁਣ ਸੁਖ ਲੱਭ ਗਿਆ। ਕਦੋਂ ਲੱਭਿਆ? ਕਹਿੰਦੇ ਹਰ ਚਰਨ ਪਰਾਤਾ, ਜਦੋਂ ਦੇ ਵਾਹਿਗੁਰੂ ਦੇ ਚਰਨਾਂ ਦੇ ਨਾਲ ਮਨ ਪਰੋਇਆ ਗਿਆ, ਮਨ ਪਰੋਤਾ ਗਿਆ, ਉਦੋਂ ਦਾ ਸੁਖ ਲੱਭਿਆ, ਪਹਿਲਾਂ ਸੁਖ ਨਹੀਂ ਸੀ। ਇਹ ਪਾਤਸ਼ਾਹ ਦੱਸਦੇ ਨੇ। ਔਰ ਅੱਗੇ ਗੁਰੂ ਪਿਆਰਿਓ ਦੂਜੀ ਰਹਾਉ ਦੀ ਪੰਕਤੀ ਹੈ ਜਿਹਦੇ 'ਚ ਜ਼ਿਕਰ ਕਰਦੇ ਨੇ, ਸਫਲ ਸਫਲ ਭਈ ਸਫਲ ਯਾਤਰਾ, ਆਵਨ ਜਾਨ ਰਹੇ ਮਿਲੇ ਸਾਦਾ ਰਹਾਉ ਦੂਜਾ। ਪਹਿਲੀ ਪੰਕਤੀ ਜਿਹੜੀ ਸੀ ਰਹਾਉ ਦੀ, ਉਹਦੇ 'ਚ ਸੀ ਨਾ ਕਿ ਅਨਕ ਜਨਮ ਭਰਮ ਥਿਤ ਨਹੀਂ ਪਾਈ, ਵੀ ਅਨੇਕਾਂ ਜਨਮ ਭਰਮਦਿਆਂ ਹੋ ਗਏ ਲੇਕਿਨ ਟਿਕਾਣਾ ਨਹੀਂ ਮਿਲਿਆ। ਤੇ ਇੱਥੇ ਦੂਜੀ ਰਹਾਉ ਦੀ ਪੰਕਤੀ 'ਚ ਕਹਿੰਦੇ ਸਫਲ ਸਫਲ ਭਈ ਸਫਲ ਯਾਤਰਾ, ਕਹਿੰਦੇ ਹੁਣ ਮਨੁੱਖਾ ਜਨਮ 'ਚ ਆ ਗਏ, ਹੁਣ ਕਹਿੰਦੇ ਯਾਤਰਾ ਸਫਲ ਹੋ ਗਈ ਹੈ। ਕਿਉਂ ਸਫਲ ਹੋ ਗਈ ਹੈ? ਆਵਣ ਜਾਣ ਰਹੇ, ਸਾਡਾ ਹੁਣ ਆਉਣਾ ਜਾਣਾ ਰਹਿ ਗਿਆ। ਆਉਣਾ ਜਾਣਾ ਦਾ ਮਤਲਬ ਕੀ ਹੈ ਗੁਰੂ ਪਿਆਰਿਓ? ਜੰਮਣਾ ਮਰਨਾ, ਜੂਨਾਂ ਦੇ ਵਿੱਚ ਆਉਣਾ, ਜੂਨਾਂ ਤੋਂ ਚਲੇ ਜਾਣਾ, ਜੂਨਾਂ ਦੇ ਵਿੱਚ ਆਉਣਾ, ਜੂਨਾਂ ਦੇ ਵਿੱਚੋਂ ਚਲੇ ਜਾਣਾ, ਇਹ ਯਾਤਰਾ ਹੁਣ ਖਤਮ ਹੋ ਗਈ ਹੈ। ਪਰ ਕਦੋਂ ਹੋਈ ਹੈ? ਮਿਲੇ ਸਾਦਾ, ਜਦੋਂ ਗੁਰੂ ਮਿਲਿਆ ਹੈ, ਪਰਮੇਸ਼ਵਰ ਮਿਲਿਆ ਹੈ, ਵਾਹਿਗੁਰੂ ਮਿਲਿਆ ਹੈ, ਉਦੋਂ ਕਹਿੰਦੇ ਭਾਈ ਸਾਡਾ ਇਹ ਪੜਾਅ ਸਾਨੂੰ ਮਿਲ ਗਿਆ, ਹੁਣ ਯਾਤਰਾ ਖਤਮ ਹੋ ਗਈ ਹੈ, ਹੁਣ ਸਫ਼ਰ ਖਤਮ ਹੋ ਗਿਆ ਹੈ, ਹੁਣ ਆਉਣਾ ਜਾਣਾ ਮੁੱਕ ਗਿਆ ਹੈ। ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਪਿਆਰਿਓ ਸਾਨੂੰ ਸਮਝਾਉਂਦੇ ਹੈ ਵੀ ਪੁਰਖੋ ਤੁਹਾਡਾ ਆਉਣਾ ਜਾਣਾ ਉਦੋਂ ਹੀ ਮੁੱਕਣਾ ਹੈ ਜਦੋਂ ਗੁਰੂ ਰਾਹੀਂ ਤੁਸੀਂ ਵਾਹਿਗੁਰੂ 'ਚ ਸਮਾ ਜਾਓਗੇ। ਇਹ ਪਾਤਸ਼ਾਹ ਨੇ ਇਸ ਸ਼ਬਦ 'ਚ ਸਾਨੂੰ ਸਮਝਾਇਆ ਹੈ। ਨਿਸ਼ਚਿਤ ਕੀਤਾ ਸਮਾਂ ਹੋ ਚੁੱਕਿਆ, ਸਮਾਪਤੀ ਕਰਦੇ ਹਾਂ। ਬਾਣੀ ਬਹੁਤ ਅਗਮ ਅਗਾਧ ਬੋਧ ਹੈ, ਵਿਚਾਰਦਿਆਂ ਭੁੱਲਾਂ ਹੋ ਜਾਂਦੀਆਂ ਨੇ। ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੈ, ਖਿਮਾ ਦੀ ਜਾਚਕ ਹੈ। ਇੱਕ ਗੱਲ ਗੁਰੂ ਪਿਆਰਿਓ ਕਿ ਬਾਣੀ ਦੇ ਵਿੱਚ ਸੁਣਨ ਵਾਲਾ, ਸੁਣਾਉਣ ਵਾਲਾ ਇੰਨਾ ਕੁਝ ਹੈ ਕਿ ਹੋਰ ਕੁਝ ਸੁਣਾਉਣ ਦੀ ਗੁਰੂ ਪਿਆਰਿਓ ਸਮਝ ਨਹੀਂ ਹੁੰਦਾ, ਇੰਨਾ ਕੁਝ ਹੈ। ਬਾਣੀ ਇੰਨਾ ਭਰਪੂਰ ਦੱਸਦੀ ਹੈ ਕਿ ਸਮਾਂ ਮੁੱਕ ਜਾਂਦਾ ਹੈ, ਲੇਕਿਨ ਬਾਣੀ ਦੇ ਵਿੱਚੋਂ ਜੋ ਗਿਆਨ ਨਿਕਲਦਾ ਉਹ ਨਹੀਂ ਮੁੱਕਦਾ ਗੁਰੂ ਪਿਆਰਿਓ। ਇਸ ਕਰਕੇ ਬਾਣੀ ਨੂੰ ਸੁਣੀਏ, ਬਾਣੀ ਨੂੰ ਸੁਣਾਈਏ। ਜੇ ਅਸੀਂ ਗੁਰਬਾਣੀ ਦੀ ਵਿਚਾਰ ਕਰ ਰਹੇ ਹਾਂ ਤੇ ਕੇਵਲ ਗੁਰਬਾਣੀ ਦੀ ਵਿਚਾਰ ਹੀ ਸੁਣਾਈਏ ਗੁਰੂ ਪਿਆਰਿਓ। ਜੇ ਆਪਣੀਆਂ ਕਥਨੀਆਂ ਸੁਣਾਉਣੀਆਂ ਉਹਦੇ ਵਾਸਤੇ ਫਿਰ ਲੈਕਚਰ, ਉਹਦੇ ਵਾਸਤੇ ਸਪੀਚਾਂ ਗੁਰੂ ਪਿਆਰਿਓ ਹੁੰਦੀਆਂ। ਤੇ ਜੇ ਕਥਾ ਹੈ ਗੁਰੂ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਤੇ ਫਿਰ ਕੇਵਲ ਤੇ ਕੇਵਲ ਗੁਰੂ ਦੀ ਵਿਚਾਰ ਹੀ ਸੰਗਤ ਨਾਲ ਸਾਂਝੀ ਕਰਨੀ ਚਾਹੀਦੀ ਹੈ। ਆਪਾਂ ਸਾਂਝੀ ਕੀਤੀ ਹੈ, ਸਤਿਗੁਰੂ ਨੇ ਜਿੰਨੀ ਕੁ ਸਮਰੱਥਾ ਅਕਲ ਬਖਸ਼ੀ ਹੈ ਉਹਦੇ ਮੁਤਾਬਕ। ਆਓ ਇੱਕ ਵਾਰੀ ਫਿਰ ਆਖਰੀ ਪੰਕਤੀਆਂ ਪੜ੍ਹ ਕੇ ਗੁਰੂ ਪਿਆਰਿਓ ਫਤਿਹ ਬੁਲਾਏ। ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਦਾ ਰਹਾਉ ਦੂਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।